ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਜਿਨ੍ਹਾਂ ਬਾਰੇ ਕੈਨੇਡਾ ਦੇ ਵਿੱਚ ਚਰਚਾ ਹੁੰਦੀ ਰਹੀ ਹੈ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਫਰੀडम ਕਨਵॉय, ਟਰੱਕਰਸ ਦਾ ਪ੍ਰੋਟੈਸਟ, ਵੈਕਸੀਨ ਮੈਂਡੇਟ ਖਤਮ ਹੋ ਚੁੱਕਿਆ, ਗੱਲਾਂ ਬਹੁਤ ਸਾਰੀਆਂ ਲੰਘ ਚੁੱਕੀਆਂ ਪਰ ਅਜੇ ਵੀ ਇਹਦੀ ਚਰਚਾ ਉਸੇ ਤਰ੍ਹਾਂ ਚੱਲ ਰਹੀ ਹੈ। ਚਰਚਾ ਦੇ ਕਈ ਕਾਰਨ ਨੇ। ਚਰਚਾ ਦਾ ਇੱਕ ਕਾਰਨ ਇਹ ਪਤਾ ਲੱਗ ਰਿਹਾ ਕਿ ਪੁਲਿਸ ਜਾਂ ਆਫੀਸ਼ੀਅਲਸ ਇਹ ਨਹੀਂ ਦੱਸ ਰਹੇ ਕਿ ਜਿਹੜੇ ਇਹ ਬੰਦੇ ਅਰੈਸਟ ਕੀਤੇ ਸੀ ਇਸ ਮਾਮਲੇ ਦੇ ਵਿੱਚ, ਉੱਥੇ ਪ੍ਰੋਟੈਸਟ ਕਰਨ ਗਏ ਸੀ ਓਟਵਾ ਦੇ ਵਿੱਚ, ਇਹ ਕੌਣ ਆ, ਇਹਨਾਂ ਦੀ ਆਇਡੈਂਟੀਟੀ ਕੀ ਹੈ, ਇਹਨਾਂ ਦੇ ਨਾਂ ਕੀ ਆ, ਕਿੱਥੋਂ ਦੇ ਰਹਿਣ ਵਾਲੇ ਤੇ ਕਿਹੜੇ-ਕਿਹੜੇ ਚਾਰਜ ਇਹਨਾਂ ਦੇ ਉੱਤੇ ਲਾਏ ਆ। ਇਹ ਇੱਕ ਗੱਲ ਬਹੁਤ ਲੋਕਾਂ ਦੇ ਲਈ ਕਿਉਰਿਓਸਿਟੀ ਵੀ ਬਣੀ ਹੈ, ਇਹਦੀ ਚਿੰਤਾ ਵੀ ਬਣੀ ਹੈ ਕਿ ਪਤਾ ਲੱਗਣਾ ਚਾਹੀਦਾ ਕਿ ਇਹ ਸੀ ਕੌਣ, ਕਿਉਂਕਿ ਸਰਕਾਰ ਕਈ ਕੁਛ ਦੀਆਂ ਗੱਲਾਂ ਬਾਤਾਂ ਕਹਿ ਰਹੀ ਸੀ। ਜਿਹੜੇ ਇਸ ਪ੍ਰੋਟੈਸਟ ਦਾ ਵਿਰੋਧ ਕਰਨ ਵਾਲੇ ਸੀ ਉਹ ਕਹਿੰਦੇ ਸੀ ਵੀ ਇਹ ਇੱਕ ਬਹੁਤ ਐਕਸਟ੍ਰੀਮਿਸਟ ਆ ਜਾਂ ਰੈਡੀਕਲਸ ਆ ਜਿਹੜੇ ਲੋਕ ਕੈਨੇਡਾ ਨੂੰ ਡਿਸਟਰਬ ਕਰ ਰਹੇ ਆ, ਅਤੇ ਦੂਜੀ ਧਿਰ ਇਹ ਕਹਿ ਰਹੀ ਸੀ ਕਿ ਇਹ ਲੋਕਾਂ ਦੀਆਂ ਜਾਇਜ਼ ਮੰਗਾਂ ਆ, ਇਹ ਸੁਣਨੀਆਂ ਚਾਹੀਦੀਆਂ, ਇਹਨਾਂ ਨਾਲ ਗੱਲਬਾਤ ਪ੍ਰਾਈਮ ਮਿਨਿਸਟਰ ਨੂੰ ਕਰਨੀ ਚਾਹੀਦੀ ਹੈ। ਹੁਣ ਲੋਕ ਜਾਣਨਾ ਚਾਹੁੰਦੇ ਕਿ ਅਸਲ ਦੇ ਵਿੱਚ ਇਹ ਕੌਣ ਸੀ। ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਜਦੋਂ ਇਹਨਾਂ ਦੇ ਲਈ ਫੰਡ ਇਕੱਠਾ ਕੀਤਾ ਗਿਆ ਸੀ ਤਾਂ ਉਹਦੇ ਵਿੱਚ ਬਹੁਤ ਸਾਰੇ ਲੋਕ ਅਨੋਨੀਮਸ ਸੀਗੇ। ਉਹ ਕੌਣ ਸੀਗੇ? $2.5 ਲੱਖ ਇਹਨਾਂ ਨੂੰ ਦੇਣ ਵਾਲੇ। ਇਹਨਾਂ ਦੀ ਆਇਡੈਂਟੀਟੀ ਅਜੇ ਤੱਕ ਦੱਸੀ ਨਹੀਂ ਜਾ ਰਹੀ। ਇੰਨਾ ਪਤਾ ਲੱਗਿਆ ਕਿ ਪੁਲਿਸ ਨੇ 393 ਚਾਰਜ ਲਾਏ ਆ 122 ਜਣਿਆਂ ਦੇ ਉੱਤੇ, ਜਿਹਦੇ ਵਿੱਚ ਅਸੌਲਟ ਦੇ ਚਾਰਜਿਸ ਵੀ ਆ, ਪੁਲਿਸ ਆਫੀਸਰ ਨੂੰ ਅਸੌਲਟ ਕਰਨ ਦੇ ਚਾਰਜਿਸ ਵੀ ਆ, ਹਥਿਆਰ ਰੱਖਣ ਦੇ ਚਾਰਜਿਸ ਵੀ ਆ, ਪੋਜੈਸ਼ਨ ਆਫ ਵੈਪਨ ਤੇ ਡੇਂਜਰਸ ਆਪਰੇਸ਼ਨ, ਇਸੇ ਤਰ੍ਹਾਂ ਹੀ ਮੋਟਰ ਵਹੀਕਲ ਐਕਟ ਦੇ ਤਹਿਤ ਵੀ ਚਾਰਜਿਸ ਲਾਏ ਗਏ ਆ। ਜਿਹੜੀ 21 ਫਰਵਰੀ ਨੂੰ ਪੁਲਿਸ ਨੇ ਅਪਡੇਟ ਕੀਤਾ ਸੀ ਉਹਦੇ ਵਿੱਚੋਂ ਇੰਨੀ ਕੁ ਜਾਣਕਾਰੀ ਮਿਲੀ ਸੀ ਕਿ ਆਹ ਚਾਰਜਿਸ ਇਹਨਾਂ ਦੇ ਉੱਤੇ ਲੱਗੀ ਆ, ਪਰ ਬਹੁਤ ਸਾਰੇ ਲੋਕਾਂ ਦੇ ਨਾਂ ਤੇ ਜਿਹੜੇ ਇਹ ਹੈਗੇ ਆ ਇਹ ਸਾਰਾ ਕੁਝ ਅਨੋਨੀਮਸ ਆ, ਪਤਾ ਨਹੀਂ ਕੌਣ ਆ। ਇਸ ਹਫ਼ਤੇ ਇੱਕ ਜਿਹੜੀ ਬਹੁਤ ਵੱਡੀ ਨਿਊਜ਼ ਏਜੰਸੀ ਆ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਜਾ ਕੇ ਓਟਵਾ ਪੁਲਿਸ ਸਰਵਿਸ ਨੂੰ ਤੇ ਓਨਟਾਰੀਓ ਦੀ ਜਸਟਿਸ ਮਿਨਿਸਟਰੀ ਨੂੰ ਕਿ ਸਾਨੂੰ ਦੱਸੋ ਕਿ ਕੌਣ ਆ ਇਹ। ਦੋਵਾਂ ਨੇ ਇਹਦੀ ਇਨਫੋਰਮੇਸ਼ਨ ਨਹੀਂ ਦਿੱਤੀ। ਇਹਦੇ ਵਿੱਚ ਕਿਉਂ ਨਹੀਂ ਇਨਫੋਰਮੇਸ਼ਨ ਦਿੱਤੀ ਜਾ ਰਹੀ? ਓਨਟਾਰੀਓ ਜਸਟਿਸ ਮਿਨਿਸਟਰੀ ਜਾਂ ਓਟਵਾ ਪੁਲਿਸ ਸਰਵਿਸ ਕਿਉਂ ਨਹੀਂ ਇਹ ਇਨਫੋਰਮੇਸ਼ਨ ਦੇ ਰਿਹਾ ਕਿ ਫਲਾਣਾ ਬੰਦਾ ਆ? ਇਹਦੇ ਬਾਰੇ ਅਜੇ ਤੱਕ ਪਤਾ ਨਹੀਂ ਲੱਗਾ। ਪੁਲਿਸ ਨੇ ਰਿਫਿਊਜ਼ ਕਰ ਦਿੱਤਾ। ਲਗਾਤਾਰ ਬੇਨਤੀਆਂ ਮੀਡੀਆ ਵੱਲੋਂ ਕੀਤੀਆਂ ਜਾ ਰਹੀਆਂ ਕਿ ਇਹਨਾਂ ਦੀ ਜਾਣਕਾਰੀ ਪਬਲਿਕ ਕੀਤੀ ਜਾਵੇ ਜਾਂ ਦੱਸਿਆ ਜਾਵੇ। ਇੱਥੋਂ ਤੱਕ ਕਿ ਓਟਵਾ ਦੇ ਕੁਝ ਸਿਟੀ ਕਾਉਂਸਲਰ ਵੀ ਨੇ, ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜੀ ਸੀਕ੍ਰੇਸੀ ਅਸੀਂ ਇਹਨੂੰ ਪਸੰਦ ਨਹੀਂ ਕਰਦੇ, ਲਾਈਕ ਨਹੀਂ ਕਰਦੇ ਵੀ ਇਹ ਕਿਉਂ ਇਸ ਤਰੀਕੇ ਦੇ ਨਾਲ ਰੱਖੀ ਆ। ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵੀ ਇਹਦੇ ਉੱਤੇ ਸਵਾਲ ਕਰ ਰਹੇ ਆ। ਮਾਮਲਾ ਕਿਉਂਕਿ ਇਹਦੇ ਵਿੱਚ ਪੁਲਿਸ ਵੱਲੋਂ ਆ, ਪੋਲੀਟੀਸ਼ੀਅਨਸ ਵੀ ਇਹਦੇ ਵਿੱਚ ਇਨਵੋਲਵ ਆ, ਅਤੇ ਇਹਨਾਂ ਨੂੰ ਇੱਕ ਡੇਂਜਰਸ ਰੈਡੀਕਲਸ ਪੇਂਟ ਕਰਨ ਦਾ ਯਤਨ ਕੀਤਾ ਗਿਆ ਜਾਂ ਇਹ ਸੱਚੀ ਸੀਗੇ। ਇਹਦੇ ਤੋਂ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਇਹ ਬੰਦੇ ਹੈ ਕੌਣ, ਤਾਂ ਉਹਦੇ ਤੋਂ ਬਾਅਦ ਲੋਕ ਇਹਦੇ ਬਾਰੇ ਕੋਈ ਆਪਣਾ ਨਿਰਣਾ ਲੈ ਸਕਦੇ ਆ। ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਕਿਹਾ ਜਾ ਰਿਹਾ ਕਿ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਲੋਕਾਂ ਦੀ ਆਇਡੈਂਟੀਟੀ ਅਸੀਂ ਨਹੀਂ ਦੱਸ ਸਕਦੇ ਕੁਝ ਕਾਰਨਾਂ ਕਰਕੇ। ਸੋ ਫਰੀडम ਕਨਵॉय ਜਿਹਨੇ ਡਾਊਨਟਾਊਨ ਓਟਵਾ ਦੀਆਂ ਸਟਰੀਟਸ ਨੂੰ ਆਕੂਪਾਈ ਕਰ ਲਿਆ ਸੀ, ਉਹਦੇ ਵਿੱਚ ਯਾਰ ਇਹ ਬਾਕੀ ਥਾਵਾਂ ਦੇ ਉੱਤੇ ਫੈਲ ਗਿਆ ਸੀ ਔਰ ਮੈਰਾ ਲਿਚ ਨੂੰ ਵੀ ਬੇਲ ਦੇ ਦਿੱਤੀ ਗਈ। ਇਹਨਾਂ ਦੇ ਟੌਪ ਦੇ ਲੀਡਰਸ ਬਾਰੇ ਸਾਰਿਆਂ ਨੂੰ ਪਤਾ ਕਿ ਕੌਣ ਆਰਗੇਨਾਈਜ਼ਰ ਸੀਗੇ। ਪੈਟ ਕਿੰਗ ਵਰਗਿਆਂ ਦਾ ਨਾਂ ਸਾਰਿਆਂ ਦਾ ਸਾਹਮਣੇ ਆ। ਬਾਕੀ ਜਿਹੜੇ ਲੋਕ ਸੀਗੇ, ਇਹਦਾ ਮਾਮਲਾ ਇਹ ਮੰਨਿਆ ਜਾ ਰਿਹਾ, ਇੱਕ ਧਿਰ ਇਹ ਕਹਿ ਰਹੀ ਆ ਕਿ ਇਹ ਬਾਹਰਲੀ ਇੰਟਰਫੇਰੈਂਸ ਸੀਗੀ, ਕਿ ਕੈਨੇਡਾ ਦੇ ਵਿੱਚ ਆ ਕੇ ਉਹਨੂੰ ਡਿਸਟਰਬ ਕਰਨ ਦਾ ਬਾਹਰੋਂ ਯਤਨ ਕੀਤਾ ਗਿਆ। ਦੂਜੇ ਕਿਸੇ ਨੇ ਯਤਨ ਕੀਤਾ ਇਸ ਦੇਸ਼ ਦੀ ਸ਼ਾਂਤੀ ਦੇ ਉੱਤੇ ਗੱਲਬਾਤ ਕਰਨ ਦਾ, ਕਿ ਇੱਥੇ ਦਾ ਨਹੀਂ ਸੀ ਇਹ ਸਿਰਫ ਮਾਮਲਾ। ਇਹ ਕੈਨੇਡਾ ਦੇ ਸਿਰਫ ਇੰਨਾ ਨਹੀਂ ਸੀ ਕਿ ਲੋਕਾਂ ਦੀ ਕੁਛ ਮੰਗ ਆ ਅਤੇ ਉਹ ਮੰਗ ਦੇ ਲਈ ਧਰਨਾ ਦੇ ਰਹੇ ਆ ਜਾਂ ਮੁਜ਼ਾਹਰਾ ਕਰ ਰਿਹਾ ਅਤੇ ਸਰਕਾਰ ਉਹਨਾਂ ਨਾਲ ਗੱਲਬਾਤ ਕਰਕੇ ਉਹਦਾ ਨਿਬੇੜਾ ਕਰ ਲਵੇ। ਇਹ ਮਸਲਾ ਇੱਦਾਂ ਦੱਸਿਆ ਜਾ ਰਿਹਾ ਕਿ ਬਾਹਰਲੀ ਇੰਟਰਫੀਅਰੈਂਸ ਦਾ ਸੀ। ਸਪੋਰਟ ਕਿਤੇੋਂ ਬਾਹਰੋਂ ਆ ਰਹੀ ਆ, ਫੰਡ ਕਿਤੇੋਂ ਬਾਹਰੋਂ ਆ ਰਿਹਾ, ਅਤੇ ਹੁਣ ਇਹ ਲੋਕ ਕੌਣ ਸੀ, ਤਾਂ ਇਹਦੇ ਤੋਂ ਗੱਲ ਅੱਗੇ ਪਤਾ ਲੱਗ ਸਕਦੀ ਆ ਕਿ ਕਿਸ ਤਰੀਕੇ ਦੇ ਨਾਲ ਇਹ ਕੌਣ ਨੇ। ਜਿਹੜੇ ਐਮਰਜੈਂਸੀ ਪ੍ਰੀਪੇਅਰਡਨੈਸ ਮਿਨਿਸਟਰ ਨੇ ਬਿਲ ਬਲੇਅਰ, ਉਹਨਾਂ ਨੇ ਪਹਿਲਾਂ ਇਸ ਕਨਵॉय ਬਾਰੇ ਕਿਹਾ ਸੀ ਕਿ ਜਿਹੜੇ ਫੋਰਨ ਐਕਟਰਸ ਨੇ ਉਹ ਜਿਹੜੀ ਇਹਦੀ ਕੈਨੇਡਾ ਦੀ ਜਿਹੜੀ ਇੱਕ ਪ੍ਰਭੂਸੱਤਾ ਆ, ਸ਼ਾਂਤੀ ਆ, ਉਹਨੂੰ ਭੰਗ ਕਰਨ ਦਾ ਯਤਨ ਕਰ ਰਹੇ ਆ। ਉਹ ਕਹਿੰਦੇ ਅਸੀਂ ਕਿਸੇ ਵੀ ਬਾਹਰਲੇ ਬੰਦੇ ਨੂੰ ਕੈਨੇਡਾ ਜਾਂ ਕੈਨੇਡਾ ਦੇ ਕਿਸੇ ਵੀ ਵਿਅਕਤੀ ਦਾ ਇੱਥੋਂ ਦੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਦਾ ਨੁਕਸਾਨ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। 3 ਹਫ਼ਤੇ ਪਹਿਲਾਂ ਉਹਨਾਂ ਦਾ ਇਹ ਬਿਆਨ ਆਇਆ ਸੀ ਅਤੇ ਪੁਲਿਸ ਨੂੰ ਐਕਸਟਰਾਆਰਡੀਨਰੀ ਪਾਵਰ ਦਿੱਤੀਆਂ ਗਈਆਂ ਸੀ ਇਹ ਸਾਰੇ ਕੁਛ ਨਾਲ ਟੈਕਲ ਕਰਨ ਦੇ ਲਈ। ਇੱਕ ਹਾਈ ਪ੍ਰੋਫਾਈਲ ਆਰਗੇਨਾਈਜ਼ਰ ਜਿਹੜੇ ਫਰੀडम ਕਨਵॉय ਦੇ ਸੀਗੇ, ਉਹਨਾਂ ਨੂੰ ਬਹੁਤ ਸਾਰੀ ਐਕਸਟੈਂਸਿਵ ਕਵਰੇਜ ਵੀ ਦਿੱਤੀ ਗਈ ਸੀ ਉਹਨਾਂ ਦੀ ਬੇਲ ਹੀਅਰਿੰਗ ਦੇ ਉੱਤੇ।
ਤੇ ਟਮੈਰਾ ਲਿਚ ਅਲਬਰਟਾ ਦੀ ਉਹ ਔਰਤ ਜਿਹਨੂੰ ਬਾਅਦ ਦੇ ਵਿੱਚ ਜਿਹੜੀ ਉਹਦੀ ਜ਼ਮਾਨਤ ਦੇ ਦਿੱਤੀ ਗਈ ਸੀ, ਹੁਣ ਬਹੁਤ ਸਾਰੇ ਲੋਕਾਂ ਦੀ ਆਇਡੈਂਟੀਟੀ, ਉਹਨਾਂ ਦਾ ਫੇਟ ਅਨਨੋਨ, ਪਤਾ ਨਹੀਂ ਅਜੇ ਤੱਕ ਕਿ ਇਹ ਸਾਰੇ ਕੌਣ ਨੇ। ਕੋਈ ਲਿਸਟ ਇਹਨਾਂ ਲੋਕਾਂ ਦੇ ਉੱਤੇ ਲੱਗੇ ਚਾਰਜਸ ਦੀ ਅਵੇਲੇਬਲ ਨਹੀਂ ਆ। ਉੱਥੋਂ ਜਿਹੜੇ ਕਾਂਸਟੇਬਲ ਨੇ ਪਰਮਜੀਤ ਸਿੰਘ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਕਿ ਇਹ ਲਿਸਟ ਸਾਡੇ ਕੋਲ ਅਵੇਲੇਬਲ ਨਹੀਂ ਆ, ਤੇ ਇਹ ਜਿਹੜਾ ਚਾਰਜਸ ਲਾਉਣ ਦਾ ਮੈਟਰ ਆ ਇਹ ਸਾਰਾ ਕੋਰਟ ਦਾ ਮੈਟਰ ਆ, ਤੇ ਉਹੀ ਇਹਦੇ ਵਿੱਚ ਡਿਸਾਈਡ ਕਰ ਸਕਦੇ ਆ। ਤੇ ਜਿੰਨਾ ਚਿਰ ਉਹ ਕਹਿੰਦੇ ਸਾਨੂੰ ਕਿਸੇ ਦਾ ਨਾਂ ਨਹੀਂ ਪਤਾ, ਅਸੀਂ ਉਹਨਾਂ ਚਿਰ ਉਹ ਫਾਈਲ ਹੀ ਨਹੀਂ ਦੇਖ ਸਕਦੇ ਤੇ ਮੀਡੀਆ ਨੂੰ ਕੋਈ ਵੀ ਜਾਣਕਾਰੀ ਇਹਦੇ ਬਾਰੇ ਨਹੀਂ ਦੇ ਸਕਦੇ। ਹੁਣ ਇੰਨੇ ਅਰੈਸਟ ਇਹਨਾਂ ਦੇ ਉੱਤੇ, ਇੰਨੇ ਮਾਮਲੇ ਦਰਜ, ਕੌਣ ਨੇ, ਕਿਹਦੇ ਉੱਤੇ ਕਿਹੜਾ ਮਾਮਲਾ ਦਰਜ ਹੋਇਆ, ਇਹ ਲੋਕਾਂ ਦੇ ਲਈ ਇੱਕ ਰਹੱਸ ਬਣਿਆ। 393 ਚਾਰਜਸ 122 ਲੋਕਾਂ ਦੇ ਖਿਲਾਫ ਇਹਨਾਂ ਦੇ ਨਾਂ ਲੱਭੇ ਜਾ ਰਹੇ ਆ, ਪਰ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਮਿਲ ਰਹੀ। ਤੇਲ ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਨੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾਇਆ। ਲਗਭਗ ਰੋਜ਼ ਹੀ ਅਸੀਂ ਇਹ ਖਬਰ ਸਾਂਝੀ ਕਰਦੇ ਹਾਂ ਕਿ ਅੱਜ ਇੱਥੇ ਗੈਸ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਤੇ ਅੱਜ ਫਲਾਣੇ ਥਾਂ ਦੇ ਉੱਤੇ ਗੈਸ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ। ਅੱਜ ਖਬਰ ਥੋੜ੍ਹੀ ਜਿਹੀ ਚੰਗੀ ਹੈ। ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਥੋੜ੍ਹੀਆਂ ਜਿਹੀਆਂ ਥੱਲੇ ਨੂੰ ਆਈਆਂ, ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਕੀਮਤਾਂ ਪਹਿਲੀ ਵਾਰੀ ਕਾਫੀ ਦਿਨਾਂ ਦੇ ਵਿੱਚ ਹੋਇਆ ਕਿ $2 ਤੋਂ ਘੱਟ ਤੁਹਾਨੂੰ ਰੈਗੂਲਰ ਗੈਸ ਮਿਲ ਰਹੀ ਆ। ਇਸ ਜਿਹੜਾ ਇਹ ਕੀਮਤਾਂ ਘਟੀਆਂ, ਇਹਦੇ ਬਾਰੇ ਪਹਿਲਾਂ ਫੋਰਕਾਸਟ ਵੀ ਕੀਤਾ ਗਿਆ ਸੀ। ਕੁਝ ਐਨਾਲਿਸਟ ਕਹਿ ਰਹੇ ਸੀਗੇ ਕਿ ਇੱਦਾਂ ਹੋ ਸਕਦਾ ਆ 14 ਸੈਂਟ ਤੱਕ 1 ਲੀਟਰ ਦੇ ਪਿੱਛੇ ਅੱਜ ਕੀਮਤਾਂ ਗੈਸ ਦੀਆਂ ਮੈਟਰੋ ਵੈਨਕੂਵਰ ਦੇ ਇਲਾਕੇ ਦੇ ਵਿੱਚ ਘਟੀਆਂ ਆ। ਤੇ ਪਿਛਲੇ ਹਫ਼ਤੇ ਦਾ ਇਹ ਰਿਕਾਰਡ ਆ ਜਦੋਂ 2.1 ਦੇ ਨੇੜੇ ਤੇੜੇ ਕੁਝ ਇਲਾਕਿਆਂ ਦੇ ਵਿੱਚ ਕੀਮਤਾਂ ਚਲੇ ਗਈਆਂ ਸੀ। ਹੁਣ ਜੇ ਇਹ 2.14 ਪਹਿਲਾਂ ਸੀਗੀ ਤੇ ਅੱਜ 1.99 ਹੈਗੀ ਆ, ਤਾਂ 1.99 ਵੀ ਸਸਤੀ ਨਹੀਂ ਆ। 1.99 ਗੈਸ ਜਿਹੜੀ ਆ ਇਹ ਵੀ ਕਾਫੀ ਮਹਿੰਗੀ ਆ ਜੇ ਦੂਜੇ ਕੈਨੇਡਾ ਦੇ ਪਾਰਟਸ ਦੇਖੇ ਜਾਣ, ਪਰ ਫਿਰ ਵੀ ਲੋਕਾਂ ਨੂੰ ਕੁਛ ਸੁੱਖ ਦਾ ਸਾਹ ਇਸ ਚੀਜ਼ ਤੋਂ ਆ ਰਿਹਾ ਹੈ। ਸਵਾਲ ਹੁਣ ਇਹ ਲੋਕ ਮਤਲਬ ਇਹਦੇ ਬਾਰੇ ਸੋਚਣਾ ਸ਼ੁਰੂ ਕਰ ਰਹੇ ਆ ਕਿ ਸਾਨੂੰ ਟ੍ਰਾਂਜ਼ਿਟ ਲੈਣੀ ਚਾਹੀਦੀ ਹੈ ਜਾਂ ਡਰਾਈਵ ਕਰਨਾ ਚਾਹੀਦਾ ਹੈ। ਗੈਸ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਨੇ ਕਈ ਤਰ੍ਹਾਂ ਇਹਨਾਂ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਸੋ ਅੱਜ ਸ਼ੁੱਕਰਵਾਰ ਨੂੰ ਜਦੋਂ ਇਹ ਕੀਮਤਾਂ ਜਿਹੜੀ ਪ੍ਰਾਈਸ ਇਹਦੀ ਆ ਥੋੜ੍ਹੀ ਜਿਹੀ ਥੱਲੇ ਆਈ ਆ, ਤਾਂ ਉਹਦੇ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਕਿ ਥੋੜ੍ਹੇ ਦਿਨਾਂ ਦੇ ਵਿੱਚ ਹੋਰ ਕੀਮਤ ਇਹਦੀਆਂ ਜਿਹੜੀਆਂ ਪ੍ਰਾਈਸਿਸ ਨੇ ਉਹ ਵੀ ਥੱਲੇ ਆ ਸਕਦੀਆਂ। ਇਹ ਜੇ ਵੈਨਕੂਵਰ ਦੇ ਵਿੱਚ ਥੱਲੇ ਆਈ ਹੈ ਤਾਂ ਦੂਜੇ ਪਾਸੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਵੀ 15 ਸੈਂਟ ਬਹੁਤ ਸਾਰੇ ਸਟੇਸ਼ਨ ਦੇ ਉੱਤੇ ਥੱਲੇ ਆਏ ਆ, ਤੇ ਐਵਰੇਜ 1.75 ਉੱਥੇ ਦੇਖੀ ਗਈ ਆ। ਤੇ ਜਿਹੜਾ 6 ਸੈਂਟ ਹੋਰ ਵੀਕਐਂਡ ਦੇ ਉੱਤੇ ਇਹਦੀ ਆਸ ਕੀਤੀ ਜਾ ਰਹੀ ਹੈ ਕਿ ਇੰਨੀ ਕੁ ਘਟ ਜਾਊਗੀ। ਰਸ਼ੀਆ ਯੂਕਰੇਨ ਕ੍ਰਾਈਸਿਸ, ਡਿਮਾਂਡ, ਪੈਂਡੈਮਿਕ, ਸਾਰਾ ਕੁਝ ਇਹਦੇ ਵਿੱਚ ਕੰਟਰੀਬਿਊਟ ਕੀਤਾ ਇਹਨਾਂ ਕੀਮਤਾਂ ਦੇ ਵਾਧੇ ਦੇ ਵਿੱਚ। ਬਹੁਤ ਸਾਰੇ ਮਤਲਬ ਕੈਨੇਡੀਅਨਸ ਦੇ ਜਿਹੜੇ ਜੇਬਾਂ ਸੀਗੀਆਂ ਉਹਨਾਂ ਦੇ ਉੱਤੇ ਇਹਦਾ ਅਸਰ ਪਿਆ ਆ। ਤੇ ਹੁਣ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਾਫੀ ਜਿਹੜਾ ਮਹਿੰਗਾ ਪਿਆ, ਜਿਵੇਂ ਟਰਾਂਸਲਿੰਕ ਲੈਵੀ ਹੈ ਇੱਥੇ ਮੈਟਰੋ ਵੈਨਕੂਵਰ ਦੇ ਵਿੱਚ, ਤੇ ਉਹ 73 ਸੈਂਟ ਟੈਕਸ ਹਰ ਲੀਟਰ ਦੇ ਪਿੱਛੇ ਦੇਣਾ ਪੈ ਰਿਹਾ। 10 ਸੈਂਟ ਜਿਹੜਾ ਆ ਉਹ ਕਾਰਬਨ ਟੈਕਸ ਆ, ਤੇ ਇਹ ਵੀ ਅਪ੍ਰੈਲ ਤੋਂ 11 ਸੈਂਟ ਹੋਣ ਜਾ ਰਿਹਾ। ਹੁਣ ਸਵਾਲ ਇਹ ਆ ਕਿ ਗੈਸ ਦੀਆਂ ਕੀਮਤਾਂ ਵਧੀਆਂ, ਸਮਰ ਦੇ ਵਿੱਚ ਆਮ ਤੌਰ 'ਤੇ ਵੱਧ ਜਾਂਦੀਆਂ ਕਿਉਂਕਿ ਡਿਮਾਂਡ ਵੱਧ ਜਾਂਦੀ ਆ। ਕੀ ਇਹ ਹੁਣ ਘਟ ਗਈਆਂ 14 ਸੈਂਟ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਘਟ ਜਾਣਗੀਆਂ? ਇੱਦਾਂ ਕਹਿੰਦੇ ਐਕਸਪਰਟ ਦੱਸਦੇ ਆ ਕਿ ਇੱਦਾਂ ਨਹੀਂ ਹੋਣਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੀਮਤਾਂ ਹੋਰ ਵਧਣਗੀਆਂ, ਟੈਂਪਰੇਰੀਲੀ ਥੋੜ੍ਹੀਆਂ ਜਿਹੀਆਂ ਘਟ ਸਕਦੀਆਂ, ਪਰ ਜੇ ਇਹਨੂੰ ਹਫ਼ਤਿਆਂ ਮਹੀਨਿਆਂ ਦੇ ਵਿੱਚ ਹਿਸਾਬ ਲਾ ਕੇ ਦੇਖਿਆ ਜਾਵੇ, ਜਿੰਨਾ ਚਿਰ ਯੂਕਰੇਨ ਤੇ ਰਸ਼ੀਆ ਦਾ ਮਾਮਲਾ ਨਿਬੜਦਾ ਨਹੀਂ ਉਹਨਾਂ ਚਿਰ ਕੀਮਤਾਂ ਥੱਲੇ ਨਹੀਂ ਆ ਸਕਦੀਆਂ। ਕਿਉਂਕਿ ਇੱਕ ਫੈਕਟ ਆ ਕਿ ਗੈਸ ਦਾ ਪ੍ਰਾਈਸ ਜਿਹੜਾ ਸਿੱਧਾ ਆ ਇਹ ਆਇਲ ਦੇ ਪ੍ਰਾਈਸ ਦੇ ਨਾਲ ਟਾਈ ਕੀਤਾ ਹੈ, ਉਹਦੇ ਨਾਲ ਹੀ ਇਹ ਸਾਰਾ ਕੁਝ ਚੱਲਣਾ ਆ। ਤੇ ਜੇ ਉਹ ਠੀਕ ਠਾਕ ਨਹੀਂ ਹੋ ਰਿਹਾ ਤਾਂ ਫਿਰ ਤੁਸੀਂ ਇਹ ਵੀ ਨਹੀਂ ਆਸ ਕਰ ਸਕਦੇ ਕਿ ਜੇ ਅੱਜ 14 ਸੈਂਟ ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਘਟੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਾਂਦੀਆਂ ਹੋਰ ਥੱਲੇ ਆਪਣੇ ਪਹਿਲਾਂ ਵਾਲੀ ਥਾਂ ਦੇ ਉੱਤੇ ਆ ਜਾਣਗੀਆਂ। ਜਦੋਂ ਹਜੇ ਰਸ਼ੀਆ ਦੀ ਉੱਥੇ ਇਨਵੇਸ਼ਨ ਨਹੀਂ ਹੋਈ ਸੀ, ਉੱਥੇ ਨਹੀਂ ਆਏ ਸੀ, ਆਇਲ ਦੀਆਂ ਕੀਮਤਾਂ ਪਹਿਲਾਂ ਹੌਲੀ ਨਵੰਬਰ 2021 ਦੇ ਵਿੱਚ ਚੜ੍ਹਨੀਆਂ ਸ਼ੁਰੂ ਹੋ ਗਈਆਂ ਸੀ। ਜਦੋਂ ਪਹਿਲਾਂ ਇਹ ਓਮਿਕਰੋਨ ਵੇਰੀਐਂਟ ਜਿੱਦਾਂ ਥੱਲੇ ਗਿਆ ਸੀ, ਉੱਦਾਂ ਗੈਸ ਦੀਆਂ ਕੀਮਤਾਂ ਤਾਂ ਨੂੰ ਜਾਣੀਆਂ ਸ਼ੁਰੂ ਹੋ ਗਈਆਂ ਸੀ। ਕਰੂਡ ਆਇਲ ਜਿਹੜਾ ਸੀਗਾ US $128 ਪਰ ਬੈਰਲ ਦੇ ਉੱਤੇ ਮੰਗਲਵਾਰ ਨੂੰ ਪਹੁੰਚਿਆ, ਤੇ ਇਹ ਪਹਿਲਾਂ $111 ਉਹਦੇ ਤੋਂ ਪਹਿਲਾਂ ਸੀਗਾ। ਹੁਣ ਅੱਜ ਜਿਹੜਾ ਹੈਗਾ ਆ ਇਹ ਕੀਮਤ ਇਹਦੀ US $108 ਦੇ ਉੱਤੇ ਦੱਸੀ ਗਈ ਆ। ਇਹ ਸਾਰੇ ਕੁਛ ਨੂੰ ਦੇਖਦੇ ਹੋਏ ਕਿ ਭਾਵੇਂ ਉਹ ਗ੍ਰੇਟਰ ਟੋਰਾਂਟੋ ਏਰੀਆ ਹੈ, ਚਾਹੇ ਮੌਂਟਰੀਅਲ ਆ, ਵੈਨਕੂਵਰ ਆ, ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਕਿ ਜਿਹੜਾ
ਕੈਨੇਡਾ, US, UK ਆ, ਇਹਨਾਂ ਨੇ ਰਸ਼ੀਆ ਤੋਂ ਆਇਲ ਜਾਂ ਜਿਹੜਾ ਫੋਸਿਲ ਫਿਊਲ ਆ ਉਹਨੂੰ ਮੰਗਾਉਣ ਦੇ ਉੱਤੇ ਬੈਨ ਲਾਇਆ ਆ, ਸੈਂਕਸ਼ਨਸ ਲਾਈਆਂ। ਉਹਦਾ ਅਸਰ ਇੱਥੇ ਪੈਣਾ ਹੀ ਪੈਣਾ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਸਰ ਵਧਣਾ ਹੈ। ਜਿਹੜੇ ਰਸ਼ੀਅਨ ਪ੍ਰੋਡਕਸ਼ਨ ਜਿਹੜੀ ਹੈਗੀ ਆ ਉੱਥੋਂ ਦੀ 7% ਦੁਨੀਆ ਦੀ ਆਇਲ ਮਾਰਕੀਟ ਦੇ ਨਾਲ ਉਹਦਾ ਸੰਬੰਧ ਆ, ਅਤੇ 7 ਮਿਲੀਅਨ ਬੈਰਲ ਜਿਹੜਾ ਆਇਲ ਆ ਉੱਥੋਂ ਐਕਸਪੋਰਟ ਹੁੰਦਾ ਇੱਕ ਦਿਨ ਦੇ ਵਿੱਚ। ਅਤੇ ਜੇ 7 ਬਿਲੀਅਨ ਬੈਰਲ ਇੱਕ ਦਿਨ ਦੇ ਵਿੱਚ ਰਸ਼ੀਆ ਦੇ ਐਕਸਪੋਰਟ ਦਾ ਅਸੀਂ ਲੂਜ਼ ਕਰ ਰਹੇ ਹਾਂ, ਤਾਂ ਕੁਦਰਤੀ ਤੌਰ 'ਤੇ ਆ ਜਿਹੜੇ ਆਇਲ ਪ੍ਰਾਈਸ ਆ ਉਹ ਉੱਤੇ ਜਾਣੇ ਹੀ ਆ। ਇਹਨੂੰ ਕੋਈ ਨਹੀਂ ਰੋਕ ਸਕਦਾ ਅਤੇ ਨਵੇਂ ਰਿਕਾਰਡ ਇਹਦੇ ਵਿੱਚ ਬਣਨਗੇ। ਸੋ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਜਿੰਨਾ ਚਿਰ ਉਹਨੂੰ ਠੀਕ ਠਾਕ ਨਹੀਂ ਹੁੰਦਾ, ਉਨਾ ਚਿਰ ਇੱਥੇ ਇਹਨੂੰ ਟੈਂਪਰੇਰੀਲੀ ਥੱਲੇ ਸਮਝਿਆ ਜਾਵੇ। ਵੀ ਵਕਤੀ ਤੌਰ 'ਤੇ ਤਾਂ ਕੀਮਤਾਂ ਥੱਲੇ ਆ ਗਈਆਂ, ਪਰ ਓਵਰਆਲ ਇਹਨਾਂ ਨੇ ਉਸੇ ਤਰ੍ਹਾਂ ਉੱਤੇ ਜਾਣਾ ਆ। ਬਹੁਤ ਸਾਰੀਆਂ ਜਿਹੜੇ US ਅਫੀਸ਼ੀਅਲਸ ਹੈਗੇ ਆ ਉਹ ਗੱਲਾਂ ਬਾਤਾਂ ਕਰ ਰਹੇ ਆ ਇਸ ਵੇਲੇ ਬਹੁਤ ਸਾਰੀਆਂ ਉਹਨਾਂ ਕੰਟਰੀਆਂ ਦੇ ਨਾਲ ਜਿਹੜੀਆਂ ਆਇਲ ਰਿਚ ਕੰਟਰੀ ਮੰਨੀਆਂ ਜਾਂਦੀਆਂ ਆ। ਵੈਨਜ਼ੂਏਲਾ ਆ, ਭਾਵੇਂ ਕਿ ਉਹਨਾਂ ਦੇ ਰਿਲੇਸ਼ਨ ਬਹੁਤੇ ਉੱਥੇ ਚੰਗੇ ਨਹੀਂ ਆ, ਪਰ ਫਿਰ ਵੀ ਉੱਥੇ ਗੱਲਬਾਤ ਚੱਲ ਰਹੀ ਆ। ਜਿਹੜੇ ਦੂਜੇ ਲੋਕ ਨੇ ਉਹ ਵੀ ਇਹਨੂੰ ਕਰ ਰਹੇ ਆ। ਮਸਲਾ ਇਹ ਹੈ ਕਿ ਜਿਹੜੀਆਂ ਦੋ ਪਲੇਸਿਸ ਦੁਨੀਆ ਦੇ ਵਿੱਚ ਆ ਜਿੱਥੇ ਤੁਸੀਂ ਆਇਲ ਦੀ ਪ੍ਰੋਡਕਸ਼ਨ ਵਧਾ ਸਕਦੇ ਆ, ਉਹ ਕੈਨੇਡਾ ਅਤੇ ਯੂਨਾਈਟਡ ਸਟੇਟਸ ਆ। ਹੁਣ ਕੈਨੇਡਾ ਅਤੇ ਯੂਨਾਈਟਡ ਸਟੇਟਸ ਪੈਟਰੋਲੀਅਮ ਸੈਕਟਰ ਦੇ ਵਿੱਚ ਓਨਾ ਜ਼ਿਆਦਾ ਇਹਨੂੰ ਇੱਥੋਂ ਵਧਾਉਣੇ ਨਹੀਂ ਚਾਹੁੰਦੇ। ਉਹਦੇ ਵੱਖਰੇ ਵੱਖਰੇ ਕਾਰਨ ਦੱਸੇ ਜਾ ਰਹੇ ਆ। ਹੁਣ US ਪ੍ਰੈਜ਼ੀਡੈਂਟ ਜੋ ਬਾਈਡਨ ਉਹ ਕਹਿੰਦੇ ਆ ਕਿ ਉਹ ਜਿਹੜਾ ਕੀਸਟੋਨ ਐਕਸਲ ਪਾਈਪਲਾਈਨ ਵਾਲਾ ਫੈਸਲਾ ਸੀ ਉਹਨੂੰ ਰਿਵਰਸ ਵੀ ਕਰ ਸਕਦੇ ਆ, ਇਹਦੀ ਕੈਂਸਲੇਸ਼ਨ ਦੇ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਵੀ ਕਿਹਾ ਸੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਿ ਇਹਨੂੰ ਪ੍ਰੋਜੈਕਟ ਨੂੰ ਰਿਵਾਈਵ ਕਰ ਲਓ। ਉਹ ਪਾਈਪਲਾਈਨ ਦੇ ਮਾਮਲੇ ਦੇ ਉੱਤੇ ਪਹਿਲਾਂ ਵੀ ਕਾਫੀ ਜਿਹੜੀ ਗੱਲਬਾਤ ਹੋ ਚੁੱਕੀ ਆ। ਸੋ ਕਹਿਣ ਦਾ ਮਤਲਬ ਬਹੁਤ ਸਾਰੇ ਫੈਕਟਰ ਆ ਇਹਦੇ ਵਿੱਚ, ਅਤੇ ਜਦੋਂ ਸਾਰੀਆਂ ਗੱਲਾਂ ਇਹਨਾਂ ਸਾਰੇ ਫੈਕਟਰਸ ਨੂੰ ਧਿਆਨ ਵਿੱਚ ਰੱਖ ਕੇ ਦੇਖਦੇ ਹਾਂ ਤਾਂ ਮਾਹਰ ਇਹੀ ਕਹਿ ਰਹੇ ਆ ਕਿ ਇਹ ਅਜੇ ਗੈਸ ਦੀਆਂ ਕੀਮਤਾਂ ਥੱਲੇ ਨਹੀਂ ਆਉਣਗੀਆਂ। ਅਤੇ ਜੇ ਅੱਜ ਅਮਰੀਕਾ ਅਤੇ ਕੈਨੇਡਾ ਇਹ ਸੋਚ ਵੀ ਲੈਂਦੇ ਵੀ ਅਸੀਂ ਪ੍ਰੋਡਕਸ਼ਨ ਵਧਾਉਣੀ ਆ, ਤਾਂ ਇਹਨੂੰ ਵੀ ਸਾਲ ਡੇਢ ਸਾਲ ਕਹਿੰਦੇ ਆਰਾਮ ਨਾਲ ਲੱਗ ਜਾਣਾ ਵੀ ਉਹਦਾ ਗੈਸ ਦਾ ਮੁੜ ਕੇ ਅਸਰ ਜਿਹੜਾ ਆ ਉਹ ਮਾਰਕੀਟ ਦੇ ਉੱਤੇ ਪਵੇ ਅਤੇ ਕੀਮਤਾਂ ਥੱਲੇ ਆਉਣ। ਸੋ ਜਿਹੜੀ ਸਥਿਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖਰਾਬ ਹੋ ਸਕਦੀ ਹੈ। ਖਰਾਬ ਹੋਣ ਦਾ ਮਤਲਬ ਕੀਮਤਾਂ ਗੈਸ ਦੀਆਂ ਹੋਰ ਵੱਧ ਸਕਦੀਆਂ, ਅਤੇ ਇਹਦੇ ਲਈ ਤਿਆਰ ਰਹਿਣਾ ਚਾਹੀਦਾ। ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ, ਦੁਨੀਆ ਨੇ ਰੂਸ ਦੇ ਉੱਤੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਅਤੇ ਇਹਦਾ ਅਸਰ ਰੂਸ ਦੇ ਉੱਤੇ ਪੈ ਰਿਹਾ। ਰੂਸ ਦਾ ਜਿਹੜਾ ਸਭ ਤੋਂ ਅਮੀਰ ਆਦਮੀ ਆ ਉਹਨੇ ਉੱਥੋਂ ਦੇ ਰਾਸ਼ਟਰਪਤੀ ਨੂੰ ਕਿਹਾ ਕਿ ਤੁਹਾਨੂੰ ਇਹਦੇ ਬਾਰੇ ਸੋਚਣਾ ਪਊਗਾ ਜੋ ਕੁਝ ਤੁਸੀਂ ਯੂਕਰੇਨ ਦੇ ਵਿੱਚ ਕਰ ਰਹੇ ਆ, ਅਤੇ ਜੇ ਤੁਸੀਂ ਨਾ ਸੋਚਿਆ ਤੇ ਫਿਰ ਅਸੀਂ 100 ਸਾਲ ਪਿੱਛੇ 1917 ਵਾਲੇ ਥਾਂ ਦੇ ਉੱਤੇ ਚਲੇ ਜਾਵਾਂਗੇ। 1917 ਦੇ ਵਿੱਚ ਰੂਸ ਦੇ ਵਿੱਚ ਇਨਕਲਾਬ ਹੋਇਆ ਸੀ। ਵਲਾਦੀਮੀਰ ਪੁਟਿਨ ਇਹਦਾ ਨਾਂ ਦੱਸਿਆ ਜਾ ਰਿਹਾ, ਜਿਹੜਾ ਪ੍ਰੈਜ਼ੀਡੈਂਟ ਆ ਰੂਸ ਦਾ ਸਭ ਤੋਂ ਅਮੀਰ ਬੰਦਾ ਵਲਾਦੀਮੀਰ ਪੁਟਿਨ, ਜਿਹੜਾ ਮੈਟਲਸ ਦਾ ਬਹੁਤ ਵੱਡਾ ਕੰਮ ਨੋਰਿਲਸਕ ਨਿਕਲ ਅਤੇ ਇਹਦਾ ਸਭ ਤੋਂ ਵੱਡਾ ਸ਼ੇਅਰ ਹੋਲਡਰ ਆ ਉਹਨੇ ਕਿਹਾ ਕਿ ਰੂਸ ਇਸ ਵੇਲੇ ਰਿਸਕ ਦੇ ਉੱਤੇ ਆ ਕਿ ਅਸੀਂ 1917 ਵਾਲੇ ਹਾਲਾਤ ਵਿੱਚ ਪਹਿਲਾਂ ਪਹੁੰਚ ਜਾਵਾਂਗੇ। ਜੇ ਜਿਹੜੇ ਪੱਛਮੀ ਉਹਦਾ ਮਾਮਲਾ ਕੀ ਆ, ਉੱਥੋਂ ਦੇ ਸਭ ਤੋਂ ਅਮੀਰ ਬੰਦੇ ਦਾ ਕੰਸਰਨ ਕੀ ਹੈ, ਚਿੰਤਾ ਕੀ ਆ? ਚਿੰਤਾ ਇਹ ਆ ਕਿ ਪੱਛਮੀ ਦੇਸ਼ਾਂ ਨੇ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਉੱਥੇ ਆਪਣੇ ਆਪਰੇਸ਼ਨ ਬੰਦ ਕਰ ਦਿੱਤੇ ਆ, ਜਾਂ ਉਹਨਾਂ ਦੇ ਉੱਤੇ ਇਹਦੇ ਬਾਰੇ ਸੋਚਿਆ ਨਹੀਂ ਜਾ ਰਿਹਾ। ਅਤੇ ਜੇ ਰੂਸ ਨਾਲੋਂ ਦੁਨੀਆ ਨਾਲੋਂ ਟੁੱਟ ਗਿਆ ਤਾਂ ਇਹਦਾ ਜਿਹੜੀ ਇਨਵੈਸਟਰਸ ਨੇ ਉੱਥੇ ਨਹੀਂ ਆਉਣਗੇ ਅਤੇ ਉਹਦੀ ਕੀਮਤ ਰੂਸ ਨੂੰ ਭੁਗਤਣੀ ਪੈ ਸਕਦੀ ਹੈ। ਰੂਸ ਦੀ ਸਰਕਾਰ ਨੂੰ ਉਹਨੇ ਬੇਨਤੀ ਕੀਤੀ ਆ ਕਿ ਤੁਹਾਨੂੰ ਬਹੁਤ ਧਿਆਨ ਨਾਲ ਚੱਲਣਾ ਪਊਗਾ ਇਸ ਮਾਮਲੇ ਦੇ ਵਿੱਚ। ਪਹਿਲੀ ਗੱਲ ਉਹ ਕਹਿੰਦੇ ਵੀ ਅਸੀਂ 100 ਸਾਲ ਪਿੱਛੇ ਨਹੀਂ ਜਾਣਾ ਚਾਹੁੰਦੇ। ਇਹਦੇ ਕੌਨਸੀਕੁਐਂਸ ਜਿਹੜੇ ਸਟੈਪਸ ਨੇ, ਜਿਹੜੀ ਗਲੋਬਲ ਡਿਸਟਰਸਟ ਆ ਰਸ਼ੀਆ ਦਾ, ਵੀ ਲੋਕ ਯਕੀਨ ਹੀ ਨਹੀਂ ਕਰ ਰਹੇ ਇਸ ਇਨਵੈਸਟਰਸ ਦੇ ਮਾਮਲੇ ਦੇ ਵਿੱਚ। ਜੇ ਇਸ ਤਰ੍ਹਾਂ ਹੁੰਦਾ ਆ ਤਾਂ ਇਹ ਬਹੁਤ ਵੱਡੀ ਇੱਕ ਚਿੰਤਾ ਵਾਲੀ ਗੱਲ ਹੋਊਗੀ। ਦੂਜੀ ਗੱਲ ਉਹ ਕਹਿੰਦੇ ਕਿ ਬਹੁਤ ਸਾਰੀਆਂ ਕੰਪਨੀਆਂ ਦਾ ਇਹ ਫੈਸਲਾ ਕਿ ਉਹਨਾਂ ਨੇ ਰੂਸ ਦੇ ਵਿੱਚ ਆਪਣੀ ਕੰਮਕਾਰ ਬੰਦ ਕਰ ਦਿੱਤੇ ਆ, ਇਹ ਵੀ ਕੋਈ ਛੋਟੀ ਗੱਲ ਨਹੀਂ ਆ। ਉਹ ਕਹਿੰਦੇ ਇਹ ਵਾਪਸ ਆ ਸਕਦੇ ਆ, ਉਹ ਕਿਸੇ ਤਰੀਕੇ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਇਹ ਵਿਅਕਤੀ ਵਲਾਡੀਮੀਰ ਪੁਟਿਨ ਰੂਸ ਦਾ ਸਭ ਤੋਂ ਅਮੀਰ ਆਦਮੀ ਆ, ਅਤੇ ਇਹਦੇ ਕੋਲ 22.5 ਮਿਲੀਅਨ ਇਹਦੀ ਦੱਸਦੇ ਜਾਇਦਾਦ ਆ। ਅਤੇ ਬਲੂਮਬਰਗ ਦਾ ਜੇਕਰ ਡਾਟਾ ਦੇਖਿਆ ਜਾਵੇ, ਭਾਵੇਂ ਕਿ ਇਹਦੀ ਇੱਕ ਕੁਆਟਰ ਜਿਹੜੀ ਆ ਉਹ ਪਿਛਲੇ ਇਸ ਸਾਲ ਜਿਹੜੀ ਆ ਉਹ ਇਹਦਾ ਨੁਕਸਾਨ ਵੀ ਹੋਇਆ, 90% ਸ਼ੇਅਰ ਲੰਡਨ ਦੇ ਵਿੱਚ ਇਹਦੀ ਟ੍ਰੇਡਿੰਗ ਦੇ ਵਿੱਚ ਇਹ ਸਾਰੇ ਕੁਝ ਤੋਂ ਪਹਿਲਾਂ ਗੁਆਚ ਵੀ ਗਏ ਸੀ, ਪਰ ਉਸ ਤੋਂ ਬਾਅਦ ਵੀ ਦੁਨੀਆ ਦਾ ਪੈਲੇਡੀਅਮ ਇੱਕ ਮੈਟਲ ਆ, ਇੱਕ ਧਾਤ ਆ ਪੈਲੇਡੀਅਮ, ਅਤੇ ਇੱਕ ਬਹੁਤ ਹਾਈ ਗ੍ਰੇਡ ਨਿਕਲ, ਉਹਦਾ ਸਭ ਤੋਂ ਵੱਡਾ ਪ੍ਰੋਡਿਊਸਰ ਆ ਇਹ ਵਿਅਕਤੀ। ਇਹਦੇ ਨਾਲ ਹੀ ਜਿਹੜਾ ਪਲੈਟੀਨਮ ਅਤੇ ਕਾਪਰ ਦਾ
ਤੇ ਇਹ ਕੰਪਨੀ ਜਿਹੜੀ ਆ ਪ੍ਰਾਇਮਰੀ ਪ੍ਰੋਡਕਟਸ ਜਿਹੜੇ ਆ ਉਹ ਇਹ ਸਾਰੇ ਕੁਛ ਨੂੰ ਇਸ ਸੈਂਕਸ਼ਨ ਦੇ ਨਾਲ ਜਿਹੜੀ ਵੈਸਟਰਨ ਕੰਟਰੀਜ਼ ਹੈਗੀਆਂ ਆ ਉਹਦੇ ਉੱਤੇ ਵੀ ਇਹਦਾ ਅਸਰ ਪਊਗਾ। ਦਰਜਨਾਂ ਹੀ ਜਿਹੜੀਆਂ ਅਮਰੀਕਾ ਦੀਆਂ, ਯੂਰਪ ਦੀਆਂ, ਜਾਪਾਨ ਦੀਆਂ ਕੰਪਨੀਆਂ ਆ ਉਹਨਾਂ ਨੇ ਜੁਆਇੰਟ ਵੈਂਚਰ ਖਤਮ ਕਰ ਲਿਆ, ਇੱਥੋਂ ਆਪਣੇ ਆਫਿਸ ਚੱਕ ਲਏ ਆ। ਈਵਨ ਵੀਜ਼ਾ, ਮਾਸਟਰ ਕਾਰਡ ਇਹਨਾਂ ਨੇ ਵੀ ਉੱਥੇ ਬੰਦ ਕੰਮ ਕਰ ਦਿੱਤਾ। ਜਿਹੜੇ ਹੋਰ ਬਹੁਤ ਸਾਰੇ ਹੈਗੇ ਆ, ਜਿਹੜੇ ਗੋਲਡਮੈਨਸ ਹੈ, JP ਮੋਰਗਨ ਜਾਂ ਉਹ ਬਹੁਤ ਸਾਰੀਆਂ ਵੈਸਟਰਨ ਬੈਂਕਸ ਹੈਗੀਆਂ, ਉਹਨਾਂ ਨੇ ਵੀ ਉੱਥੋਂ ਬਾਹਰ ਨਿਕਲਣ ਦਾ ਫੈਸਲਾ ਕਰ ਲਿਆ। ਤੇ ਰੂਸ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਵਲਾਦੀਮੀਰ ਪੁਤਿਨ, ਉਹਨਾਂ ਨੇ ਵੀਰਵਾਰ ਨੂੰ ਕਿਹਾ ਸੀ ਕਿ ਇੱਕ ਜਿਹੜਾ ਬੈਕਡ ਪਲਾਨ ਆ ਕਿ ਹੁਣ ਜੇ ਇੱਦਾਂ ਹੋ ਗਿਆ ਤੇ ਇਹਦੇ ਤੋਂ ਬਾਅਦ ਕੀ ਕਰਨਾ ਵੀ ਉਹ ਅਸੀਂ ਇੰਟਰੋਡਿਊਸ ਕਰਾਂਗੇ। ਐਕਸਟਰਨਲ ਮੈਨੇਜਮੈਂਟ ਦੇ ਲਈ ਇਹ ਜਿਹੜੀਆਂ ਕੰਪਨੀਆਂ ਰੂਸ ਨੂੰ ਛੱਡ ਕੇ ਜਾ ਰਹੀਆਂ ਇਹਨੂੰ ਮੈਨੇਜ ਕਿੱਦਾਂ ਕਰਨਾ, ਇਹਦੇ ਲਈ ਇੱਕ ਉਹਨਾਂ ਨੇ ਮੈਨੇਜਮੈਂਟ ਦੀ ਗੱਲਬਾਤ ਕੀਤੀ ਕਿ ਅਸੀਂ ਇਹਦੇ ਬਾਰੇ ਕੁਝ ਸੋਚਾਂਗੇ, ਇਹਦਾ ਕਰਾਂਗੇ। ਪਰ ਉੱਥੋਂ ਦਾ ਜਿਹੜਾ ਸਭ ਤੋਂ ਅਮੀਰ ਬੰਦਾ ਹੈ ਉਹ ਆਪਣਾ ਡਰ, ਆਪਣੀ ਚਿੰਤਾ ਉੱਥੋਂ ਦੇ ਰਾਸ਼ਟਰਪਤੀ ਨੂੰ ਦੱਸ ਰਿਹਾ ਹੈ। ਕਿੰਨੀਆਂ ਕੰਪਨੀਆਂ ਜਿਹੜੀਆਂ ਇੱਥੋਂ ਛੱਡ ਕੇ ਜਾ ਰਹੀਆਂ, ਬਹੁਤ ਸਾਰੀਆਂ ਇੱਥੋਂ ਹੋਰ ਕੰਪਨੀਆਂ ਜਿਹੜੀਆਂ ਉਹ ਜਾਣ ਦੇ ਲਈ ਤਿਆਰ ਨੇ ਤੇ ਇਹਦਾ ਅਸਰ ਅਲਟੀਮੇਟਲੀ ਰੂਸ ਦੀ ਆਰਥਿਕਤਾ ਦੇ ਉੱਤੇ ਪੈਣਾ। ਭਾਵੇਂ ਉਹ ਰੂਸ ਦੇ ਜਿਹੜਾ ਯੂਕਰੇਨ ਦੇ ਵਿੱਚ ਦਾਖਲ ਹੋ ਕੇ ਉਹਨਾਂ ਨੂੰ ਹਰਾ ਰਿਹਾ ਹੈ, ਪਰ ਆਰਥਿਕ ਨੁਕਸਾਨ ਇਹਨਾਂ ਨੂੰ ਬਹੁਤ ਵੱਡਾ ਭੁਗਤਣਾ ਪੈ ਰਿਹਾ ਹੈ। ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਘਰ ਆਪਣੇ ਆ, ਬਹੁਤ ਸਾਰੇ ਲੋਕ ਰੈਂਟ ਦੇ ਉੱਤੇ ਰਹਿੰਦੇ ਆ। ਜਿਨ੍ਹਾਂ ਲੋਕਾਂ ਨੇ ਆਪਣਾ ਘਰ ਬੇਸਮੈਂਟ ਜਾਂ ਕੋਈ ਸੂਈਟ ਦੇਣਾ ਹੁੰਦਾ ਆ ਰੈਂਟ ਦੇ ਉੱਤੇ, ਕਈ ਵਾਰੀ ਉਹਨਾਂ ਦੇ ਆਪਸ ਦੇ ਵਿੱਚ ਬਹੁਤ ਸਾਰੇ ਮਸਲੇ ਖੜੇ ਹੋ ਜਾਂਦੇ ਆ। ਇਹ ਜਿੱਦਾਂ ਕਿ ਤੁਸੀਂ ਜਾਣਦੇ ਹੋ ਇੰਨਾ ਸੌਖਾ ਨਹੀਂ ਆ ਕਿ ਕਿਸੇ ਨੂੰ ਘਰ ਰੈਂਟ 'ਤੇ ਦੇ ਦਿੱਤਾ ਤੇ ਜਦੋਂ ਜੀ ਕੀਤਾ ਉਹਨੂੰ ਉੱਥੋਂ ਕੱਢ ਦਿੱਤਾ। ਕਈ ਵਾਰੀ ਜਿਹੜਾ ਰੈਂਟ ਦੇ ਉੱਤੇ ਰਹਿ ਰਿਹਾ ਉਹਦੀ ਗਲਤੀ ਹੁੰਦੀ ਆ, ਉਹ ਉਹਦਾ ਮਿਸਯੂਜ਼ ਕਰ ਰਿਹਾ ਹੁੰਦਾ, ਤੇ ਕਈ ਵਾਰੀ ਮਕਾਨ ਮਾਲਕ ਜਿਹੜਾ ਲੈਂਡਲੋਰਡ ਆ ਉਹ ਮਿਸਯੂਜ਼ ਕਰ ਰਿਹਾ ਹੁੰਦਾ। ਟੋਰਾਂਟੋ ਦੀ ਇੱਕ ਘਟਨਾ ਤੇ ਜਿਹਦੇ ਵਿੱਚ ਇਸ ਵੇਲੇ ਦੱਸਿਆ ਜਾ ਰਿਹਾ ਕਿ ਜਿਹੜਾ ਲੈਂਡਲੋਰਡ ਆ ਉਹ ਫਸਿਆ ਪਿਆ ਕਿਸੇ ਨੂੰ ਆਪਣਾ ਘਰ ਕਿਰਾਏ ਦੇ ਉੱਤੇ ਦੇ ਕੇ, ਤੇ ਨਾ ਹੁਣ ਉਹ ਨਿਕਲਦੇ ਆ ਉੱਥੋਂ, ਨਾ ਉਹਦਾ ਰੈਂਟ ਦੇ ਰਹੇ ਆ, ਉਹਨੂੰ ਪੇ ਕਰ ਰਹੇ ਆ, ਤੇ ਉਹ ਇਹਦੇ ਵਿੱਚ ਫਸਿਆ ਆ। ਜਿਹੜੀ ontario ਲੈਂਡਲੋਰਡ ਤੇ ਟੈਨੈਂਟ ਬੋਰਡ ਆ LTB ਉਹਨਾਂ ਦੇ ਕੋਲ ਜਾਂਦਾ ਹੈ, ਵੈਕੂਏਸ਼ਨ ਦੇ ਆਰਡਰ ਵੀ ਮਿਲ ਗਿਆ, ਪਰ ਫਿਰ ਵੀ ਮਾਮਲਾ ਕਿਸੇ ਸਿਰੇ ਕੰਢੇ ਲੱਗਦਾ ਨਜ਼ਰ ਨਹੀਂ ਆ ਰਿਹਾ। ਮੁਹੰਮਦ ਕਮਾਰਾ ਦਾ ਦੂਜੀ ਅਟੈਂਪਟ ਆ ਇਹ। 2 ਔਰਤਾਂ ਉਹਨਾਂ ਨੂੰ ਘਰ ਦੇ ਵਿੱਚੋਂ ਕੱਢਣ ਦੇ ਲਈ 3 ਮਹੀਨਿਆਂ ਦੇ ਵਿੱਚ ਦੂਜੀ ਕੋਸ਼ਿਸ਼ ਆ ਉਹਨੂੰ ਕਿ ਉਹ ਇਸ ਘਰ ਦੇ ਵਿੱਚੋਂ ਨਿਕਲ ਜਾਣ, ਕਿਉਂਕਿ ਨਾ ਤਾਂ ਉਹਦਾ ਕਹਿਣਾ ਮੰਨ ਰਹੀ ਹੈ, ਨਾ ਉਹਨੂੰ ਉਹਦੇ ਉਸ ਘਰ ਦੇ ਵਿੱਚ ਦਾਖਲ ਹੋਣ ਦੇ ਰਹੀਆਂ, ਤੇ ਨਾ ਹੀ ਉਹਦਾ ਕਿਰਾਇਆ ਦੇ ਰਹੀਆਂ। ਡਾਕੂਮੈਂਟ ਜਿਹੜੇ LTB ਦੇ ਉੱਤੇ ਫਾਈਲ ਕੀਤੇ ਗਏ ਆ ਉਹ ਦੱਸਦੇ ਆ ਵੀ ਉਹ ਕਹਿੰਦਾ $13,000 ਦਾ ਰੈਂਟ ਇਹਨਾਂ ਵੱਲ ਮੇਰਾ ਪਿਆ ਆ, ਦੋਵਾਂ ਔਰਤਾਂ ਵੱਲ। ਤੇ ਜਿਹੜੀਆਂ ਹੁਣ ਘਰ ਕਿਰਾਏ 'ਤੇ ਦੇਣ ਤੋਂ ਪਹਿਲਾਂ ਕੁਦਰਤੀ ਤੌਰ ਦੇ ਉੱਤੇ ਜਿਹੜਾ ਡਾਊਨਟਾਊਨ ਦੇ ਵਿੱਚ ਕੋਂਡੋ ਅਸਲ ਦੇ ਵਿੱਚ ਜਿਹੜਾ ਰੈਂਟ ਦੇ ਉੱਤੇ ਦਿੱਤਾ ਆ, ਤੁਸੀਂ ਉਹਦੀ IDs ਦੇਖਦੇ ਆ, ਉਹਦੇ ਨਾਲ ਐਗਰੀਮੈਂਟ ਸਾਈਨ ਕਰਦੇ ਆ। ਇਹ 2 ਔਰਤਾਂ ਕਹਿੰਦਾ ਉਹਨਾਂ ਦੇ ਉਹ ਆਈਆਂ ਜਿਹੜੀਆਂ ਕਿ ਮੈਨੂੰ ਭੈਣਾਂ ਲੱਗਦੀਆਂ, ਕਿ ਆਪਸ ਦੇ ਵਿੱਚ ਭੈਣਾਂ ਨੇ। ਉਹਨਾਂ ਨੇ ਮੈਨੂੰ ਪਿਛਲੇ 7 ਮਹੀਨਿਆਂ ਤੋਂ ਰੈਂਟ ਨਹੀਂ ਦਿੱਤਾ ਤੇ ਅੰਦਰ ਦਾਖਲ ਹੋਣ ਤੋਂ ਉਹਨਾਂ ਨੇ ਨਾ ਕਰ ਦਿੱਤਾ, ਕਿਉਂਕਿ ਮੈਂ ਦੇਖਣਾ ਚਾਹੁੰਦਾ ਸੀ ਵੀ ਕੋਂਡੋ ਦੇ ਅੰਦਰ ਦੀ ਹਾਲਤ ਕਿੱਦਾਂ ਦੀ ਹੈ। ਭਾਵੇਂ ਉਹਨਾਂ ਨੂੰ ਉਹ ਕਹਿੰਦਾ ਮੈਂ ਪ੍ਰੋਪਰ ਨੋਟਿਸ ਦਿੱਤੇ ਆ, ਸਾਰਾ ਕੁਝ ਕੀਤਾ, ਪਰ ਉਹ ਕਹਿੰਦੇ ਵੀ ਤੁਸੀਂ ਅੰਦਰ ਨਹੀਂ ਆ ਸਕਦੇ। ਹੁਣ ਕਿਸੇ ਨੂੰ ਰੈਂਟ ਦੇਣ ਤੋਂ ਪਹਿਲਾਂ ਤੁਸੀਂ ਉਹਦੇ ਬਾਰੇ ਇਹੀ ਜਿਹੜੀ ਜਾਣਕਾਰੀ ਲਓਗੇ ਵੀ ਇਹ ਕੌਣ ਆ, ਕਿੱਥੋਂ ਆਇਆ, ਕੀ ਕੰਮ ਕਰਦਾ, ਰੈਂਟ ਦੇ ਵੀ ਸਕਦਾ, ਠੀਕ ਆ ਗਲਤ ਆ। ਤੇ ਇਹ ਵਿਅਕਤੀ ਇਹ ਕਹਿ ਰਿਹਾ ਕਿ ਜਿਹੜੀਆਂ ਇਹਨਾਂ ਦੋਵਾਂ ਔਰਤਾਂ ਨੇ ਆਪਣੀਆਂ IDs ਦਿੱਤੀਆਂ ਉਹ ਜਾਲੀ ਆ, ਵੀ ਉਹ ਹੈ ਹੀ ਵੀ ਮੈਨੂੰ ਸ਼ੱਕ ਆ ਕਿ ਜਾਂ ਤਾਂ ਇਹਨਾਂ ਦੀ ਨੌਕਰੀ ਜਿਹੜੀ ਜਿੱਥੇ ਦੱਸਿਆ ਉਹਨਾਂ ਨੇ ਕਿ ਅਸੀਂ ਇੱਥੇ ਨੌਕਰੀ ਕਰਦੀਆਂ, ਆ ਸਾਡੀਆਂ ਪੇ ਸਟਬਸ ਆ ਤੇ ਆਹ ਸਾਡੀਆਂ IDs ਆ, ਉਹ ਕਹਿੰਦਾ ਮੈਨੂੰ ਲੱਗਦਾ ਇਹ ਜਾਲੀ ਆ। ਪੁਲਿਸ ਇਹਨਾਂ ਐਲੀਗੇਸ਼ਨ ਦੀ ਇਨਵੈਸਟੀਗੇਸ਼ਨ ਕਰ ਰਹੀ ਆ, ਪਰ ਟੋਰਾਂਟੋ ਪੁਲਿਸ ਨੇ ਅਜੇ ਤੱਕ ਇਹ ਕਨਫਰਮ ਨਹੀਂ ਕੀਤਾ। ਉਹ ਜਿਹੜਾ ਲੈਂਡਲੋਰਡ ਆ ਉਹ ਪਰੇਸ਼ਾਨ ਬਹੁਤ ਆ ਇਸ ਗੱਲ ਦੇ ਲਈ। ਉਹ ਕਹਿੰਦਾ ਵੀ ਮੈਂ ਬਹੁਤ ਸਾਰੀਆਂ ਉੱਥੇ ਰਿਪੇਅਰਸ ਆ, ਅੰਦਰ ਕਈ ਕੁਛ ਆ, ਵੀ ਉੱਥੋਂ ਵਕੀਲ ਦੀ ਫੀਸ, ਇਹਦੇ ਤੋਂ ਬਾਅਦ ਸਾਰਾ ਕੁਛ। ਉਹ ਕਹਿੰਦਾ ਮੈਂ ਫਸ ਗਿਆ ਇਸ ਸਾਰੇ ਕੁਛ ਦੇ ਵਿੱਚ ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ। ਤੇ ਲਗਭਗ ਉਹ ਕਹਿੰਦਾ ਇਸ ਸਾਰੇ ਚੱਕਰ ਦੇ ਵਿੱਚ ਮੇਰਾ $22,000 ਦਾ ਨੁਕਸਾਨ ਹੋ ਚੁੱਕਿਆ। 2 ਵਾਰੀ ਦਸੰਬਰ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਆ, ਪਰ ਉਹ ਅਪੀਅਰ ਹੀ ਨਹੀਂ ਹੋ ਰਹੀਆਂ ਉੱਥੇ। ਤੇ ਜਿਹੜਾ ਉਹਦੇ ਉੱਤੇ ਤੇ ਨਾ ਹੀਅਰਿੰਗ ਦੇ ਵਿੱਚ, ਇੰਟਰਨੈਟ ਦੇ ਉੱਤੇ ਉਹਦੀ ਹੀਅਰਿੰਗ ਹੋਣੀ ਆ। ਉਹ ਕਹਿੰਦੇ ਵੀ ਸਾਡੇ ਇੰਟਰਨੈਟ ਪ੍ਰੋਬਲਮ ਸੀਗੀ ਜੀ, ਇਸ ਕਰਕੇ ਅਸੀਂ ਵਰਚੁਅਲ ਹੀਅਰਿੰਗ ਦੇ ਵਿੱਚ, ਸੁਣਵਾਈ ਦੇ ਵਿੱਚ ਪੇਸ਼ ਨਹੀਂ ਹੋ ਸਕੀਆਂ। ਤੇ ਹੁਣ ਅੱਜ ਉਹਨਾਂ ਦਾ ਫਿਰ ਫੈਸਲਾ ਹੋਣਾ ਆ। ਸਾਲ ਕੁ ਪਹਿਲਾਂ ਉਹ ਕਹਿੰਦੇ ਗੱਲਬਾਤ ਸ਼ੁਰੂ ਹੋਈ, ਜਿਹੜਾ ਉਹਦਾ 36 ਲਿਸਕਰ ਸਟਰੀਟ ਦੇ ਉੱਤੇ ਲੀਜ਼ ਦੇ ਲਈ ਉਹਨੇ ਇਹ ਕੋਂਡੋ ਦੇਣਾ ਸੀ। ਰੀਅਲ ਸਟੇਟ ਏਜੰਟ ਨੂੰ ਕਿਹਾ, ਏਜੰਟ ਜਿਹੜਾ ਆਇਆ ਉਹ ਐਗਰੀਮੈਂਟ ਸਾਈਨ ਹੋਇਆ 1 ਅਪ੍ਰੈਲ ਨੂੰ। ਉਹਦੇ ਤੋਂ ਬਾਅਦ ਕ੍ਰੈਡਿਟ ਰਿਪੋਰਟਸ ਦੇਖੀਆਂ, ਪਰਸਨਲ ਪ੍ਰੋਫੈਸ਼ਨਲ ਰੈਫਰੈਂਸਿਸ ਦੇਖੇ, ਮਤਲਬ ਠੀਕ ਠਾਕ ਉਹਨਾਂ ਦੀਆਂ ਪੇ ਸਟਬਸ ਦੇਖੀਆਂ। ਉਹਦੇ ਤੋਂ ਬਾਅਦ 1 ਸਾਲ ਦੀ ਲੀਜ਼ $1900 ਮਹੀਨੇ ਦੇ ਹਿਸਾਬ ਨਾਲ 2 ਬੈਡਰੂਮ ਦੇ ਯੂਨਿਟ ਦੀ ਸੈੱਟ ਹੋ ਗਈ।
ਲੈਂਡਲੋਡ ਕਹਿੰਦਾ ਵੀ ਹੁਣ ਉਹ ਮੈਨੂੰ ਅੰਦਰ ਨਹੀਂ ਜਾਣ ਦਿੰਦੇ। ਸਾਰਾ ਕੁਝ ਇਸ ਤਰੀਕੇ ਨਾਲ ਠੀਕ ਠਾਕ ਚੱਲਦਾ ਰਿਹਾ, ਜੁਲਾਈ ਤੱਕ ਉਹ ਕਹਿੰਦੇ ਠੀਕ ਠਾਕ ਚੱਲਿਆ। ਅਪ੍ਰੈਲ ਦੇ ਵਿੱਚ ਰੈਂਟ ਦਿੱਤਾ ਸੀ, ਉਹਦੇ ਤੋਂ ਬਾਅਦ ਪੇਮੈਂਟ ਲੇਟ ਹੋ ਗਈ। ਅਗਸਤ ਤੱਕ ਉਹਨਾਂ ਨੇ ਪੇਮੈਂਟ ਬੰਦ ਹੀ ਕਰ ਦਿੱਤੀ ਵੀ ਅਸੀਂ ਦੇਣਾ ਹੀ ਕੁਛ ਨਹੀਂ। ਉਹਦੇ ਤੋਂ ਬਾਅਦ ਜਦੋਂ ਉਹ ਜਿਹੜੇ ਟੀਨਟ ਬੋਰਡ ਦੇ ਉੱਤੇ ਇਵਿਕਸ਼ਨ ਦੇ ਲਈ ਗਿਆ ਤੇ ਉਹਦੇ ਤੋਂ ਬਾਅਦ ਫਿਰ ਇਹ ਸਾਰੀ ਗੱਲਬਾਤ ਸ਼ੁਰੂ ਹੋ ਗਈ। ਤੇ ਅਜੇ ਤੱਕ ਉਹ ਵਿਅਕਤੀ ਇਸ ਮਾਮਲੇ ਦੇ ਵਿੱਚ ਫਸਿਆ ਹੈ ਤੇ ਉਹ ਕਹਿੰਦਾ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ, ਇਹਨਾਂ ਨੂੰ ਇੱਥੋਂ ਨਿਕਲਣਾ ਚਾਹੀਦਾ ਆ। ਤੇ ਜਿਹੜਾ ਜਾਂ ਇਹਨਾਂ ਦੀਆਂ ਜਿਹੜੀਆਂ ਆਈਡੀਜ਼ ਆ ਉਹ ਚੈੱਕ ਹੋਣੀਆਂ ਚਾਹੀਦੀਆਂ ਆ। ਉਹ ਕਹਿੰਦਾ ਨਵੰਬਰ 2021 ਤੋਂ ਲੈ ਕੇ ਮਾਰਚ 7 2022 ਤੱਕ ਉਹਨੇ 5 ਵਾਰੀ ਯਤਨ ਕੀਤਾ ਵੀ ਘੱਟੋ ਘੱਟ ਮੈਨੂੰ ਮੇਰੇ ਕੋਂਡੋ 'ਚ ਵੜ ਕੇ ਦੇਖ ਹੀ ਲੈਣ ਦੇ ਵੀ ਅੰਦਰ ਦਾ ਕੀ ਹਾਲਤ ਆ। ਇੱਕ ਵਾਰੀ ਉਹ ਕਹਿੰਦਾ ਮੈਂ ਅੰਦਰ ਵੜ ਸਕਿਆ। ਉਹ ਕਹਿੰਦਾ ਮੇਰਾ ਇਹ ਪੈਸਾ ਤਾਂ ਜਿਹੜਾ ਹੈਗਾ ਹੀ ਹੈਗਾ, ਜਿਹੜੀ ਮੈਨੂੰ ਮਾਨਸਿਕ ਪਰੇਸ਼ਾਨੀ ਇਹਦੇ ਨਾਲ ਹੋ ਰਹੀ ਆ ਉਹ ਉਹਦੇ ਤੋਂ ਵੀ ਕਿਤੇ ਜ਼ਿਆਦਾ ਆ। ਸੋ ਜਦੋਂ ਵੀ ਉਹਨੂੰ ਚੈੱਕ ਕਰ ਰਹੇ ਹੋ ਤੁਸੀਂ ਕਿ ਇਹਦੇ ਰੈਫਰੈਂਸ ਦੀ ਲੈਟਰ ਕੋਈ ਬੰਦਾ ਜਿਹਨੂੰ ਜਾਣਦਾ ਆ, ਜਿਹਦਾ ਰੈਫਰੈਂਸ ਉਹਨਾਂ ਨੇ ਦਿੱਤਾ, ਉਹਦੀ ਵੀ ਆਇਡੈਂਟੀ ਨਹੀਂ ਪਤਾ ਲੱਗ ਰਹੀ, ਜਿਹੜੇ ਫ਼ੋਨ ਨੰਬਰ ਦਿੱਤੇ ਉਹ ਵੀ ਪਤਾ ਨਹੀਂ ਲੱਗ ਰਹੇ। ਅਤੇ ਇਹਦੇ ਨਾਲ ਹੀ ਜਿਹੜੇ ਉਹਨਾਂ ਦੀਆਂ ਆਈਡੀਜ਼ ਹੈਗੀਆਂ, ਮਤਲਬ ਡਰਾਈਵਿੰਗ ਲਾਇਸੈਂਸ ਜਿਹੜਾ ਉਹਨਾਂ ਨੇ ਆਈਡੀ ਵਜੋਂ ਦਿਖਾਇਆ, ਅਤੇ ਜਦੋਂ ਡਰਾਈਵਿੰਗ ਲਾਇਸੈਂਸ ਦਾ ਨੰਬਰ ਚੈੱਕ ਕਰਦੇ ਆ ਅਤੇ ਉਹ ਕਹਿੰਦੇ ਇੱਦਾਂ ਦਾ ਕੋਈ ਡਰਾਈਵਿੰਗ ਲਾਇਸੈਂਸ ਸਾਡੇ ਕੋਲ ਇਸ ਨੰਬਰ ਦਾ ਹੈ ਹੀ ਨਹੀਂ। ਕਈ ਵਾਰੀ ਇਸ ਤਰ੍ਹਾਂ ਤੁਸੀਂ ਸੰਕਟ ਦੇ ਵਿੱਚ ਫਸ ਜਾਂਦੇ ਹੋ। ਥੋੜ੍ਹਾ ਜਿਹਾ ਪ੍ਰੋਪਰ ਧਿਆਨ ਨਾਲ ਕਿਸੇ ਨੂੰ ਘਰ ਰੈਂਟ 'ਤੇ ਦੇਣਾ ਚਾਹੀਦਾ ਆ, ਅਤੇ ਜਿਹੜਾ ਉਹਦੇ ਰਾਈਟਸ ਆ ਉਹਨਾਂ ਦਾ ਵੀ ਪਤਾ ਹੋਣਾ ਚਾਹੀਦਾ, ਅਤੇ ਤੁਹਾਡੇ ਰਾਈਟਸ ਕੀ ਨੇ ਇਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ। ਕੋਵਿਡ ਦੇ ਹਟਣ ਨਾਲ ਹੌਲੀ ਹੌਲੀ ਪਾਬੰਦੀਆਂ ਖਤਮ ਹੋ ਰਹੀਆਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਮਾਸਕ ਮੈਂਡੇਟ ਖਤਮ ਹੋ ਰਿਹਾ ਬਹੁਤ ਸਾਰੇ ਖੇਤਰਾਂ ਦੇ ਵਿੱਚ। ਕੁਛ ਖੇਤਰਾਂ ਦੇ ਵਿੱਚ ਜਿੱਥੇ ਰਿਸਕ ਹਜੇ ਵੀ ਹੈਗਾ ਉੱਥੇ ਇਸੇ ਤਰ੍ਹਾਂ ਜਾਰੀ ਰਹੂਗਾ। ਬਹੁਤ ਸਾਰੇ ਜਿਹੜੇ ਲੋ ਰਿਸਕ ਇਨਡੋਰ ਪਬਲਿਕ ਸਪੇਸਿਸ ਆ ਉੱਥੇ ਅੱਜ ਸ਼ੁੱਕਰਵਾਰ ਤੋਂ ਇਹ ਮਾਸਕ ਮੈਂਡੇਟ ਖਤਮ ਹੋ ਗਿਆ। ਇੱਕ ਨਿਊਜ਼ ਕਾਨਫਰੰਸ ਕੱਲ੍ਹ ਕੀਤੀ ਸੀ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਡਾਕਟਰ ਬੋਨੀ ਹੈਨਰੀ ਨੇ। ਉਹਦੇ ਵਿੱਚ ਦੱਸਿਆ ਕਿ ਕੁਛ ਲੋਕ ਹਜੇ ਵੀ ਮਾਸਕ ਪਾਉਣਗੇ, ਕੁਛ ਬਿਜ਼ਨਸ ਜਿਹੜੇ ਆ ਉਹ ਚੂਜ਼ ਕਰ ਸਕਦੇ ਆ ਕਿ ਉਹ ਮਾਸਕ ਪਾਉਣ, ਪਰ ਇਹ ਕੋਈ ਹੁਕਮ ਨਹੀਂ ਆ, ਹੁਣ ਕੋਈ ਆਰਡਰ ਨਹੀਂ ਆ, ਇਸ ਤਰੀਕੇ ਨਾਲ ਇਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਹ ਕਹਿੰਦੇ ਸਾਨੂੰ ਸਪੋਰਟ ਚਾਹੀਦੀ ਆ, ਸਾਨੂੰ ਦੇਖਣਾ ਪਊਗਾ ਕਿ ਹਰ ਇੱਕ ਵਿਅਕਤੀ ਦਾ ਇੱਕ ਆਪਣਾ ਰਿਸਕ ਆ, ਉਹਦੀ ਆਪਣਾ ਵਲਨੈਰੇਬਿਲਿਟੀ ਆ ਉਹਦੀ। ਅਤੇ ਮਾਸਕ ਜਿਹੜੇ ਹੈਲਥ ਕੇਅਰ ਸੈਟਿੰਗਸ ਆ, ਜਿੱਦਾਂ ਫਿਜ਼ੀਸ਼ੀਅਨ ਦਾ ਦਫ਼ਤਰ ਆ, ਆਫਿਸ ਆ, ਉੱਥੇ ਚਾਹੀਦੇ ਹੋਣਗੇ। ਵਰਕ ਪਲੇਸ ਦੇ ਉੱਤੇ ਮਾਸਕ ਹੁਣ ਵੀ ਪਾਇਆ ਜਾ ਸਕਦਾ, ਪਰ ਇਹ ਕੋਈ ਰਿਕੁਆਇਰਮੈਂਟ ਨਹੀਂ ਹੈ ਵਰਕ ਪਲੇਸ ਸੇਫਟੀ ਪਲਾਨ ਦੀ। ਮਾਸਕ ਜਿਹੜੇ ਆ ਉਹ ਇਨਕਰੇਜ ਕੀਤੇ ਜਾ ਰਹੇ ਆ, ਇਸ ਗੱਲ ਲਈ ਕਿਹਾ ਜਾ ਰਿਹਾ ਕਿ ਤੁਸੀਂ ਮਾਸਕ ਪਾ ਕੇ ਰੱਖੋ ਉਹਨਾਂ ਸਪੇਸਿਸ ਦੇ ਉੱਤੇ ਜਿੱਥੇ ਫਿਜ਼ੀਕਲ ਡਿਸਟੈਂਸ ਮੇਨਟੇਨ ਨਹੀਂ ਕੀਤਾ ਜਾ ਸਕਦਾ। ਕੋਈ ਪਬਲਿਕ ਟਰਾਂਜ਼ਿਟ ਆ, BC ਫੈਰੀਜ਼ ਆ, ਪਰ ਇੱਥੇ ਰਿਕੁਆਇਰਡ ਨਹੀਂ ਆ। ਟਰਾਂਸਲਿੰਕ ਨੇ ਵੀ ਇੱਕ ਜਿਹੜੀ ਨਿਊਜ਼ ਰਿਲੀਜ਼ ਇਸ਼ੂ ਕੀਤੀ ਆ, ਉਹਦੇ ਵਿੱਚ ਦੱਸਿਆ ਕਿ ਮਾਸਕ ਦੀ ਰਿਕੁਆਇਰਮੈਂਟ ਨਹੀਂ ਆ ਅਤੇ ਉਹ ਕੰਮ ਕਰ ਰਹੇ ਆ ਕਿ ਇਹਨੂੰ ਸਾਰੇ ਕੁਛ ਨੂੰ ਰਿਮੂਵ ਕੀਤਾ ਜਾਵੇ। ਕਸਟਮਰ ਅਤੇ ਇੰਪਲੋਈਜ਼ ਜਿਹੜੇ ਹੈਂਡੀਡਾਰਟ ਯੂਜ਼ ਕਰਦੇ ਆ, ਹੈਂਡੀਡਾਰਟ ਸਰਵਿਸਿਜ਼, ਉਹਨਾਂ ਨੂੰ ਅਜੇ ਵੀ ਮਾਸਕ ਪਾਉਣੇ ਪੈਣਗੇ। ਜਿਹੜੀ ਫੇਥ ਗੈਦਰਿੰਗ ਕਪੈਸਿਟੀਜ਼ ਆ ਉਹਦੀ ਲਿਮਿਟ ਵੀ ਚੱਕੀ ਜਾਊਗੀ 12 ਵਜੇ, ਅੱਜ ਮਤਲਬ ਚੱਕੀ ਗਈ ਹੈ 11 ਮਾਰਚ ਨੂੰ। ਅਤੇ ਪ੍ਰੋਵਿੰਸ ਮੈਂਡੇਟ ਜਿਹੜਾ ਵੈਕਸੀਨ ਕਾਰਡ ਦਾ ਆ, ਅਜੇ ਨਾਨ ਅਸੈਂਸ਼ੀਅਲ ਇਨਡੋਰ ਸਪੇਸਿਸ ਦੇ ਵਿੱਚ ਜਿਵੇਂ ਰੈਸਟੋਰੈਂਟਸ ਨੇ, ਜਿਮਸ ਨੇ, ਉਹ 8 ਅਪ੍ਰੈਲ ਨੂੰ ਕਹਿੰਦੇ ਹਟਾ ਦਿੱਤਾ ਜਾਊਗਾ, ਡਰੋਪ ਕਰ ਦਿੱਤਾ ਜਾਊਗਾ। ਜੇ ਕੰਡੀਸ਼ਨ ਇਸੇ ਤਰ੍ਹਾਂ ਇੰਪਰੂਵ ਹੁੰਦੀਆਂ ਰਹੀਆਂ ਅਤੇ ਬਹੁਤ ਆਸ ਆ ਕਿ ਇਸ ਵੇਲੇ ਕੰਡੀਸ਼ਨ ਇਸੇ ਤਰ੍ਹਾਂ ਇੰਪਰੂਵ ਹੁੰਦੀਆਂ ਰਹਿਣਗੀਆਂ। ਡਾਕਟਰ ਬੋਨੀ ਹੈਨਰੀ ਨੇ ਕਿਹਾ ਕਿ ਅਸੀਂ ਇੱਕ ਜਿਹੜੀ ਬੈਲੈਂਸ ਟ੍ਰਾਂਜੀਸ਼ਨ ਅਪਰੋਚ ਅਪਣਾ ਰਹੇ ਹਾਂ ਕਿ ਅਸੀਂ ਇੱਕ ਥਾਂ ਤੋਂ ਦੂਜੇ ਮਤਲਬ ਪਾਸੇ ਜਿਹੜੀਆਂ ਹੈਗਾ ਜਾ ਰਹੇ ਹਾਂ, ਤਾਂ ਉਹਦੇ ਵਿੱਚ ਦਾ ਜਿਹੜਾ ਸਮਾਂ ਆ ਉਹਨੂੰ ਅਸੀਂ ਤਰੀਕੇ ਦੇ ਨਾਲ ਹੀ ਪਾਸੇ ਕਰ ਰਹੇ ਹਾਂ। ਇਹਦਾ ਉਹ ਕਹਿੰਦੇ ਵੀ ਅਸੀਂ ਸ਼ਿਫਟ ਹੋ ਰਹੇ ਹਾਂ ਕੋਵਿਡ-19 ਦੀ ਜਿਹੜੀ ਸੇਫਟੀ ਪਲੈਨਸ ਟੂ ਜਿਹੜੀ ਕਮਿਊਨੀਕੇਬਲ ਡਿਜ਼ੀਜ਼ ਪਲੈਨਸ ਨੇ। ਸੋ ਇੱਕ ਜਿਹੜੀ ਉਹਨਾਂ ਦੀ ਟਰਮੀਨੋਲੋਜੀ ਆ ਉਹਦੇ ਹਿਸਾਬ ਦੇ ਨਾਲ ਉਹਦੇ ਤੋਂ ਦੂਜੇ ਘੱਟ ਖਤਰੇ ਵਾਲੇ ਸਮੇਂ ਦੇ ਵਿੱਚ ਅਸੀਂ ਦਾਖਲ ਹੋ ਰਹੇ ਹਾਂ, ਅਤੇ ਉਹ ਅਸੀਂ ਬਹੁਤ ਖਿਆਲ ਦੇ ਨਾਲ ਹੋਣਾ ਚਾਹੁੰਦੇ ਹਾਂ। ਅਤੇ ਜਿਹੜੀਆਂ ਫੈਡਰਲ ਗਾਈਡਲਾਈਨਸ ਆ ਉਹਨਾਂ ਨੂੰ ਵੀ ਫੋਲੋ ਕੀਤਾ ਜਾ ਰਿਹਾ। ਜਿਹੜੀ ਵੈਕਸੀਨੇਸ਼ਨ ਰਿਕੁਆਇਰਮੈਂਟ ਆ, ਜਿਹੜੇ ਪੋਸਟ ਸੈਕੰਡਰੀ ਰੈਜ਼ੀਡੈਂਸ ਨੇ, ਜਾਂ ਉਹ ਵੀ ਅਗਲੇ ਮਹੀਨੇ ਚੱਕੀ ਜਾਊਗੀ। ਗਾਈਡਲਾਈਨ ਜਿਹੜੀਆਂ ਸਕੂਲ ਅਤੇ ਚਾਈਲਡ ਕੇਅਰ ਸੈਟਿੰਗਸ ਦੇ ਵਿੱਚ ਆ ਰਿਵਾਈਜ਼ ਕੀਤੀਆਂ ਜਾਣਗੀਆਂ, ਅਪਡੇਟ ਕੀਤੀਆਂ ਜਾਣਗੀਆਂ। ਮਾਸਕ ਉੱਥੇ ਇਹਨਾਂ ਸੈਟਿੰਗਸ ਦੇ ਵਿੱਚ ਆ ਸਪਰਿੰਗ ਬ੍ਰੇਕ ਤੋਂ ਬਾਅਦ ਜਿਹੜੀ ਕਿ ਅੱਜ ਹੋ ਗਈ ਆ, ਉਹਦੇ ਤੋਂ ਬਾਅਦ ਨਹੀਂ ਚਾਹੀਦੀਆਂ ਹੋਣਗੀਆਂ। ਇਸੇ ਤਰ੍ਹਾਂ ਜਿਹੜੀਆਂ ਬਾਕੀ ਪਾਬੰਦੀਆਂ ਉਹ ਵੀ ਚੱਕ ਦਿੱਤੀਆਂ ਜਾਣਗੀਆਂ। ਡਿਜ਼ੀਜ਼ ਟਰਾਂਸਮਿਸ਼ਨ ਜਿਹੜੀ ਉਹ ਹੋ ਰਹੀ ਆ, ਜੇ ਉਹ ਘਟ ਜਾਂਦੀ ਆ, ਹੋਸਪਿਟਲਾਈਜੇਸ਼ਨ ਘਟ ਜਾਂਦੀ ਆ, ਤਾਂ ਇਹ ਸਾਰਾ ਕੁਛ ਜਿਹੜਾ ਠੀਕ ਠਾਕ ਹੋ ਜਾਊਗਾ। ਕੱਲ੍ਹ ਵੀਰਵਾਰ ਤੱਕ 388 ਲੋਕ ਹਸਪਤਾਲ ਦੇ ਵਿੱਚ ਕੋਵਿਡ-19 ਦੇ ਨਾਲ ਸੀਗੇ, ਜਿਹੜੇ ਕਿ ਅੱਧੇ ਰਹਿ ਗਏ ਆ ਜੇਕਰ ਇੱਕ ਮਹੀਨਾ ਪਹਿਲਾਂ ਦਾ ਡਾਟਾ ਦੇਖਿਆ ਜਾਵੇ। ਅਤੇ 90.7% ਬ੍ਰਿਟਿਸ਼ ਕੋਲੰਬੀਆ ਦੇ ਵਿੱਚ 5 ਸਾਲ ਤੋਂ ਉੱਪਰ ਵਾਲੇ ਉਹਨਾਂ ਨੂੰ ਇੱਕ ਡੋਜ਼ ਲਗਭਗ ਮਿਲ ਗਈ ਆ।
ਤੇ 86.6% ਨੂੰ ਦੂਜੀ ਡੋਜ਼ ਵੀ ਮਿਲ ਗਈ ਹੈ। ਬਹੁਤ ਸਾਰੇ ਲੋਕਾਂ ਨੇ ਬੂਸਟਰ ਸ਼ਾਟ ਵੀ ਲਵਾ ਲਿਆ। ਲੱਗਦਾ ਕਿ ਹੁਣ ਸਾਰਾ ਕੁਝ ਠੀਕ ਠਾਕ ਹੋ ਜਾਊਗਾ ਤੇ ਇੱਕ ਇੱਕ ਕਰਕੇ ਇਹ ਪਾਬੰਦੀਆਂ ਚੱਕੀਆਂ ਜਾ ਰਹੀਆਂ ਨੇ। BC ਦੇ ਵਿੱਚ ਡਰੱਗ ਨਾਲ ਹੋਣ ਵਾਲੀਆਂ ਮੌਤਾਂ ਲਗਾਤਾਰ ਚਿੰਤਾ ਦਾ ਵਿਸ਼ਾ ਰਹੀਆਂ। ਅਸੀਂ ਸਮੇਂ-ਸਮੇਂ ਦੇ ਉੱਤੇ ਗੱਲਬਾਤ ਕਰਦੇ ਰਹੇ ਹਾਂ ਤੇ ਅੱਜ ਵੀ BC ਕੋਰਨਰ ਸਰਵਿਸ ਦੀ ਜਿਹੜੀ ਰਿਪੋਰਟ ਆ ਉਹ ਹੋਰ ਐਲੈਬੋਰੇਟ ਕੀਤੀ ਗਈ ਹੈ। ਉਹਦੇ ਬਾਰੇ ਕੁਝ ਅਪਡੇਟ ਸਾਹਮਣੇ ਆਈਆਂ ਤੇ ਕਿਹਾ ਉਹਨਾਂ ਨੇ ਇਹ ਆ ਕਿ ਜਿਹੜੀ ਸੇਫਰ ਸਪਲਾਈ ਆ ਡਰੱਗ ਦੀ ਉਹਦੇ ਲਈ ਕੁਛ ਨਾ ਕੁਛ ਜਾਂ ਜਿਹੜਾ ਐਵੀਡੈਂਸ ਬੇਸਡ ਸਿਸਟਮ ਆ, ਸਪੋਰਟ ਸਿਸਟਮ ਆ ਬੈਟਰ ਸਪੋਰਟ ਦੇ ਲਈ ਉਹ ਹੋਣਾ ਚਾਹੀਦਾ, ਤਾਂ ਅਸੀਂ ਨਾ ਮੌਤਾਂ ਦੇ ਵਿੱਚ ਕਮੀ ਲਿਆ ਸਕਦੇ ਹਾਂ। ਨਸ਼ੇ ਨਾਲ 6 ਬੰਦੇ ਰੋਜ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਰ ਜਾਂਦੇ ਆ ਤੇ ਉਹਨੂੰ ਘੱਟ ਕਰਨ ਦਾ ਤਰੀਕਾ, ਉਹਦਾ ਕਾਰਨ ਕੀ ਆ? ਕਾਰਨ ਇਹੀ ਆ ਵੀ ਜਿਹੜੀ ਡਰੱਗ ਉਹ ਖਾ ਰਹੇ ਆ ਉਹ ਡਰੱਗ ਸੇਫ ਨਹੀਂ ਆ। ਸੇਫ ਤਾਂ ਵੈਸੇ ਹੀ ਨਹੀਂ ਆ, ਉਹਦਾ ਨੁਕਸਾਨ ਤਾਂ ਹੈਗਾ ਹੀ ਆ, ਪਰ ਉਹਦੀ ਉਹ ਕਿੰਨੀ ਜ਼ਿਆਦਾ ਉਹਦੇ ਵਿੱਚ ਰਲਾ ਆ ਇਹਦਾ ਨਹੀਂ ਉਹਨਾਂ ਨੂੰ ਪਤਾ। ਰੈਕਮੈਂਡੇਸ਼ਨ ਇਹ ਦੱਸੀਆਂ ਜਾ ਰਹੀਆਂ, ਇੱਕ ਟਾਈਟਲ ਜਿਹੜੀ ਰਿਪੋਰਟ ਆਈ ਹੈ ਕਿ BC ਕੋਰਨਰਸ ਸਰਵਿਸ ਡੈਥ ਰਿਵਿਊ ਪੈਨਲ, ਜਿਹਦੇ ਵਿੱਚ ਰਿਵਿਊ ਦੱਸਦਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਡਰੱਗਸ ਆ ਜਿਨ੍ਹਾਂ ਨੂੰ ਦੇਖਿਆ ਗਿਆ 6007 ਇਸ ਜ਼ਹਿਰੀਲੀ ਡਰੱਗ ਨਾਲ ਮੌਤਾਂ ਅਗਸਤ 2017 ਤੋਂ ਲੈ ਕੇ 31 ਜੁਲਾਈ 2021 ਤੱਕ ਹੋ ਚੁੱਕੀਆਂ। 6 ਸਾਲ ਦਾ ਸਮਾਂ ਹੋ ਚੁੱਕਿਆ ਜਦੋਂ ਇਹਨੂੰ ਜਿਹੜਾ ਹੈਲਥ ਐਮਰਜੈਂਸੀ ਡਿਕਲੇਅਰ ਕੀਤਾ ਸੀ ਇਸ ਚੀਜ਼ ਨੂੰ BC ਦੇ ਵਿੱਚ, ਤੇ ਹਜੇ ਵੀ ਇਹ ਸਾਰਾ ਮਾਮਲਾ ਘਟ ਨਹੀਂ ਰਿਹਾ। ਰਿਪੋਰਟ ਦੱਸ ਰਹੀ ਆ ਕਿ ਇਹਨਾਂ ਸਾਰੀਆਂ ਮੌਤਾਂ ਦਾ ਮੁੱਖ ਕਾਰਨ ਇਹ ਆ ਕਿ ਉਸ ਡਰੱਗ ਦੇ ਵਿੱਚ ਜਿਹੜਾ ਜ਼ਹਿਰੀਲਾ ਪਦਾਰਥ ਪਾਇਆ ਗਿਆ ਡਰੱਗ ਸਪਲਾਈ ਦੇ ਵਿੱਚ, ਉਹ ਵੱਡੀ ਇਹਦੀ ਇੱਕ ਰੀਜ਼ਨ ਆ ਇਸ ਸਾਰੇ ਕੁਛ ਦੇ ਵਿੱਚ। ਮਤਲਬ ਜਿਹੜਾ ਨਸ਼ਾ ਕੋਈ ਵਿਅਕਤੀ ਕਰ ਰਿਹਾ ਉਹ ਨਸ਼ੇ ਦਾ ਨਸ਼ਾ ਵਧਾਉਣ ਦੇ ਲਈ ਉਹਦੇ ਵਿੱਚ ਕਿਸੇ ਹੋਰ ਕੈਮੀਕਲ ਦੀ ਮਿਲਾਵਟ ਕੀਤੀ ਜਾਂਦੀ ਹੈ। ਜਦੋਂ ਨਸ਼ੇ ਕਰਨ ਵਾਲਾ ਵਿਅਕਤੀ ਉਹ ਡਰੱਗ ਲੈਂਦਾ ਆ, ਉਹਨੂੰ ਪਤਾ ਹੀ ਨਹੀਂ ਇਹ ਕਿੰਨਾ ਨਸ਼ਾ, ਇਹਦੇ 'ਚ ਕੀ ਕੈਮੀਕਲ ਆ, ਕਿੰਨੀ ਕੁ ਜ਼ਹਿਰ ਆ, ਤੇ ਉਹਦੇ ਨਾਲ ਫਿਰ ਉਹ ਮਾਰਿਆ ਜਾਂਦਾ। ਤੇ ਇਹਦੇ ਵਿੱਚ ਸਮਾਂ ਵੀ ਬਹੁਤ ਥੋੜ੍ਹਾ ਹੀ ਮਿਲਦਾ ਉਹਨੂੰ ਕਿ ਜਦੋਂ ਡਰੱਗ ਲੈਂਦਾ ਉਹਦੇ ਤੋਂ ਕੁਛ ਚਿਰ ਬਾਅਦ ਹੀ ਉਹਦੀ ਮੌਤ ਹੋ ਜਾਂਦੀ ਹੈ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੀ ਡਰੱਗ ਸਪਲਾਈ ਆ, ਜਿੱਥੇ ਉਹ ਜ਼ਹਿਰ ਮਿਲ ਰਿਹਾ ਉਸ ਨਸ਼ੇ ਦੇ ਵਿੱਚ, ਮਤਲਬ ਨਸ਼ਾ ਤੇ ਆਪਣੇ ਆਪ 'ਚ ਜ਼ਹਿਰ ਆ, ਪਰ ਉਹਦੇ 'ਚ ਉੱਤੋਂ ਹੋਰ ਉਹਨੂੰ ਤੇਜ਼ ਕਰਨ ਦੇ ਲਈ ਜ਼ਹਿਰ ਮਿਲਾਇਆ ਜਾ ਰਿਹਾ, ਉਹ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ ਤਾਂ ਇਹ ਡੈਥਸ ਰੁਕ ਸਕਦੀਆਂ ਆ। ਜਿਹੜਾ ਪੈਨਲ ਆ ਉਹ ਇਹ ਐਡਵਾਈਜ਼ ਕਰ ਰਿਹਾ, ਰੈਕਮੈਂਡੇਸ਼ਨ ਦੇ ਰਿਹਾ ਹੈ ਕਿ ਜਿਹੜੀ ਸੇਫਰ ਡਰੱਗ ਸਪਲਾਈ ਆ ਉਹ ਦੇਖੀ ਜਾਵੇ ਤਾਂ ਇਸ ਟੌਕਸਿਕ ਡਰੱਗ ਤੋਂ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਜਿਹੜੀ 30, 60, 90 ਡੇ ਇੱਕ ਜਿਹੜਾ ਐਕਸ਼ਨ ਪਲਾਨ ਆ ਉਹ ਇਹਨੂੰ ਮੋਨੀਟਰ ਕਰਨ ਦੇ ਲਈ ਸਾਹਮਣੇ ਆਵੇ। ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਸ ਰਿਪੋਰਟ ਦੇ ਵਿੱਚ ਕਹੀਆਂ, ਕਾਫੀ ਚਿਰ ਪਹਿਲਾਂ ਵੀ ਇਹ ਰਿਪੋਰਟ ਸਾਹਮਣੇ ਆਈ ਸੀ ਤੇ ਲਗਾਤਾਰ ਉਹਦੇ ਵਿੱਚ ਹੁਣ ਅਪਡੇਟਸ ਦਿੱਤੀਆਂ ਜਾ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਰੋਕਿਆ ਜਾਵੇ, ਕਿਉਂਕਿ ਇੱਕ ਤਾਂ ਜਿਹੜੀਆਂ ਮੌਤਾਂ ਆ ਉਹਨਾਂ ਦੀ ਗਿਣਤੀ ਵੱਧ ਰਹੀ ਆ, ਰੇਟ ਵੱਧ ਰਿਹਾ, ਤੇਜ਼ੀ ਨਾਲ ਹੋ ਰਹੀਆਂ ਮੌਤਾਂ ਬਹੁਤ। ਡਰੱਗ ਸਪਲਾਈ ਉਹਦਾ ਮੁੱਖ ਕਾਰਨ ਆ ਤੇ ਜਿਹੜੀ ਡਰੱਗ ਦੇ ਵਿੱਚ ਜ਼ਹਿਰ ਆ ਇਹ ਜਿਹੜੇ ਯੰਗ ਅਡਲਟ ਨੇ ਉਹਨਾਂ ਦੇ ਵਿੱਚ ਜ਼ਿਆਦਾ ਹੋ ਰਹੀ ਆ, ਪਰ ਜਿਹੜੀ ਐਵਰੇਜ ਏਜ ਆ ਉਹ 42 ਸਾਲ ਦੱਸੀ ਜਾ ਰਹੀ ਆ। ਇਹ ਜਿਹੜੀ ਹੈਗੀ ਆ ਸੈਕੰਡ ਵੱਡਾ ਰੀਜ਼ਨ ਮੌਤ ਦਾ ਬਣ ਰਿਹਾ ਕੈਂਸਰ ਤੋਂ ਬਾਅਦ ਪਿਛਲੇ ਸਾਲਾਂ ਦੇ ਵਿੱਚ ਲਗਾਤਾਰ। ਜਿਹੜੇ ਇੰਡੀਜੀਨੀਅਸ ਲੋਕ ਨੇ ਉਹਨਾਂ ਦੇ ਉੱਤੇ ਇਹਦਾ ਬਹੁਤ ਬੁਰਾ ਅਸਰ ਹੋ ਰਿਹਾ। ਇਸੇ ਤਰ੍ਹਾਂ ਜਿਹੜੇ ਲੋਕ ਗਰੀਬੀ ਦੇ ਵਿੱਚ ਰਹਿੰਦੇ ਆ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਾਂ ਉਹਨਾਂ ਕੋਲ ਹਾਊਸਿੰਗ ਇਨਸਟੇਬਿਲਿਟੀ ਆ, ਉਹ ਜ਼ਿਆਦਾ ਵਲਨਰੇਬਲ ਨੇ, ਉਹਨਾਂ ਦੇ ਉੱਤੇ ਜ਼ਿਆਦਾ ਅਸਰ ਹੁੰਦਾ, ਉਹ ਜ਼ਿਆਦਾ ਇਹਦੇ ਵਿੱਚ ਮਾਰੇ ਜਾਂਦੇ ਆ। ਜਿਨ੍ਹਾਂ ਲੋਕਾਂ ਨੂੰ ਮੈਂਟਲ ਡਿਸਆਰਡਰ ਆ ਜਾਂ ਪੂਅਰ ਮੈਂਟਲ ਹੈਲਥ ਕੰਡੀਸ਼ਨਸ ਆ, ਉਹਨਾਂ ਦੇ ਉੱਤੇ ਵੀ ਇਹਦਾ ਇੱਕ ਵੱਖਰਾ ਅਸਰ ਹੋ ਰਿਹਾ ਆਮ ਬੰਦੇ ਨਾਲੋਂ। ਜਿਹੜੀ ਫੈਂਟਾਨਿਲ ਆ, ਦੂਜੇ ਹੋਰ ਸਬਸਟੈਂਸਸ ਆ, ਉਹ ਵੀ ਲੱਭੇ ਜਾ ਰਹੇ। ਫੈਂਟਾਨਿਲ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੈਮੀਕਲ ਜ਼ਹਿਰ ਆ ਜਿਹੜਾ ਦੁਨੀਆ ਦੇ ਵਿੱਚ ਇਸ ਵੇਲੇ ਵਿਕ ਰਿਹਾ ਆ, ਤੇ ਉਹਨੂੰ ਫਿਰ ਇਹਨਾਂ ਡਰੱਗਸ ਦੇ ਵਿੱਚ ਪਾਇਆ ਜਾਂਦਾ ਇਹਦੀ ਡੋਜ਼ ਵਧਾਉਣ ਦੇ ਲਈ। ਸੋ ਇਹ ਗੱਲਬਾਤ ਦੱਸੀ ਜਾ ਰਹੀ ਹੈ ਕਿ ਇਹਨੂੰ ਜਿੰਨੀ ਜਲਦੀ ਉਹ ਸਪਲਾਈ ਨੂੰ ਰੋਕਿਆ ਜਾਊਗਾ। ਜਿਹੜੇ ਜ਼ਿਆਦਾ ਮੌਤਾਂ ਹੋ ਰਹੀਆਂ ਆ ਉਹ ਹਾਈਐਸਟ ਨੰਬਰ ਆਫ ਡੈਥਸ ਜਿਹੜੀਆਂ ਹੈਗੀਆਂ ਆ ਉਹ ਅਰਬਨ ਸੈਂਟਰਸ ਦੇ ਵਿੱਚ ਹੋ ਰਹੀਆਂ ਆ, ਤੇ ਦੂਜੇ ਪਾਸੇ ਹਜੇ ਜਿਹੜੀਆਂ ਉਹ ਘੱਟ ਆ। ਤੇ ਇਹਨੂੰ ਰੋਕਣ ਦੇ ਲਈ ਹੁਣ ਜਿਹੜਾ ਇਹ ਪਲਾਨ ਦੱਸਿਆ ਜਾ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਡਰੱਗ ਦੇ ਵਿੱਚ ਉਹ ਜ਼ਹਿਰ ਮਿਲਾ ਕੇ ਵੇਚੀ ਜਾ ਰਹੀ ਹੈ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ, ਤਾਂ ਇਹਦੇ ਵਿੱਚ ਇਹਨਾਂ ਮੌਤਾਂ ਦੀ ਗਿਣਤੀ ਦੇ ਵਿੱਚ ਕਮੀ ਆ ਸਕਦੀ ਹੈ। ਪੰਜਾਬੀਆਂ ਨੇ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਨਾਂ ਰੌਸ਼ਨ ਕੀਤਾ। ਕੈਨੇਡਾ ਦੇ ਵਿੱਚ ਕਨਕਸ ਆਈਸ ਹਾਕੀ ਦੀ ਇੱਕ ਬਹੁਤ ਵਿਸ਼ਵ ਪ੍ਰਸਿੱਧ ਟੀਮ ਆ। ਇਹਦੇ ਵਿੱਚ ਅਰਸ਼ਦੀਪ ਬੈਂਸ ਦੀ ਚੋਣ ਹੋਈ ਆ ਕਨਕਸ ਟੀਮ ਦੇ ਲਈ। ਜਿਹੜੇ ਲੋਕ ਆਈਸ ਹਾਕੀ ਦੇਖਦੇ ਆ ਜਾਂ ਜਾਣਦੇ ਆ ਉਹਨਾਂ ਨੂੰ ਪਤਾ ਹੈ ਕਿ ਕਨਕਸ ਕੀ ਆ ਤੇ ਉੱਥੇ ਤੱਕ ਪਹੁੰਚਣਾ ਕਿੰਨਾ ਮੁਸ਼ਕਲ ਆ। ਅਜੇ ਤੱਕ ਸ਼ਾਇਦ ਇਹ ਚੌਥੇ ਪੰਜਾਬੀ ਅਰਸ਼ਦੀਪ ਬੈਂਸ ਜਿਹੜੇ ਕਨਕਸ ਦੀ ਟੀਮ ਦੇ ਵਿੱਚ, ਇਸ ਆਈਸ ਹਾਕੀ ਦੀ ਇੱਕ ਪ੍ਰੋਫੈਸ਼ਨਲ ਟੀਮ ਜਿਹੜੀ ਵੈਨਕੂਵਰ ਦੇ ਵਿੱਚ ਆ ਉਹਦੇ ਵਿੱਚ ਗਏ ਆ। ਇਹਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣ ਦੇ ਲਈ ਅਸੀਂ ਬੇਨਤੀ ਕੀਤੀ ਆ ਹਰਪ੍ਰੀਤ ਪੰਧੇਰ ਹੋਣਾ ਨੂੰ, ਜਿਹੜੇ ਇਹਦੇ ਨਾਲ ਬਹੁਤ ਨੇੜਿਓਂ ਜੁੜੇ ਆ।
ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪੰਦੇਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਸਾਰੇ ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ। ਹਰਪ੍ਰੀਤ ਪੰਦੇਰ ਜੀ, ਸਾਨੂੰ ਦੱਸੋਗੇ ਕਿ ਅਰਸ਼ਦੀਪ ਬੈਂਸ ਦੀ ਜਿਹੜੀ ਇਹ ਚੋਣ ਹੋਈ ਆ, ਇਹ ਕੌਣ ਕੌਣ ਪਹਿਲਾਂ ਖੇਡ ਚੁੱਕਿਆ ਇਹਦੇ ਲਈ, ਔਰ ਕਿੱਡੀ ਕੁ ਵੱਡੀ ਗੱਲ ਆ ਇਹ ਜੀ? ਹਾਂਜੀ, ਅਰਸ਼ਦੀਪ ਬੈਂਸ ਇਹ ਖੇਡਦਾ ਵੈਸਟਰਨ ਹਾਕੀ ਲੀਗ ਦੇ ਵਿੱਚ, ਜੋ ਕਿ ਜੂਨੀਅਰ ਲੀਗ ਹੈਗੀ ਹੈ ਕੈਨੇਡਾ ਦੀ। ਤੇ ਇਹ ਹੈਗਾ ਨੌਜਵਾਨ 21 ਸਾਲਾਂ ਦਾ, ਸਰੀ ਦਾ ਜੰਪ ਵਾਲਾ ਇਹ ਹੈਗਾ। ਤੇ ਅੱਜ ਹੀ ਸਵੇਰੇ ਵੈਨਕੂਵਰ ਕਨੈਕਟਸ ਨੇ ਇਹਨੂੰ ਸਾਈਨ ਕੀਤਾ ਐਂਟਰੀ ਲੈਵਲ ਕੰਟਰੈਕਟ ਤੇ। ਸੋ ਇਹ ਹੈਗਾ ਵੱਡੀ ਉਮਰ ਦਾ। ਜਿਹੜੇ 20 ਸਾਲ ਤੋਂ ਘੱਟ ਉਮਰ ਦੇ ਹੁੰਦੇ ਨੇ, ਉਹਨਾਂ ਦੀ ਉਮੀਦ ਹੁੰਦੀ ਹੈ ਵੀ ਉਹ ਚੁਣੇ ਜਾਣ ਡਰਾਫਟ ਰਾਹੀਂ। ਸੋ ਇਹ ਹੈਗਾ ਸੀ ਵੱਡੀ ਉਮਰ ਦਾ, ਪਰ ਫਿਰ ਵੀ ਆਪਣੀ ਮਿਹਨਤ ਨਾਲ, ਆਪਣੇ ਜ਼ੋਰ ਵਿਖਾ ਕੇ ਇਹ ਟੌਪ ਤੇ ਸੀਗਾ ਲੀਗ ਸਕੋਰਿੰਗ ਮੁਤਾਬਕ ਪੂਰੇ WHL ਦੇ ਵਿੱਚ। ਸੋ ਕਨੈਕਟਸ ਨੇ ਵੀ ਐਂ ਦੇਖਿਆ ਹੋਣਾ ਵੀ ਲੋਕਲ ਹੈਗਾ ਮੁੰਡਾ ਤੇ ਇੰਨਾ ਅੱਛਾ ਪ੍ਰਦਰਸ਼ਨ ਦਿਖਾ ਰਿਹਾ ਵੀ ਇਹਨਾਂ ਨੇ ਸਾਈਨ ਕਰ ਦਿੱਤਾ, ਕਿਉਂਕਿ ਇਹ ਡਰਾਫਟ ਹੁਣ ਐਲੀਜੀਬਲ ਰਿਹਾ ਨਹੀਂ ਤੇ ਇਹ ਪ੍ਰੋਫੈਸ਼ਨਲ ਕੰਟਰੈਕਟ ਅੱਜ ਹੀ ਇਹਨੇ ਸਵੇਰੇ ਸਾਈਨ ਕੀਤਾ ਕਨੈਕਟਸ ਨਾਲ। ਹਰਪ੍ਰੀਤ ਪੰਦੇਰ ਜੀ, ਇਹਦਾ ਕੀ ਫਰਕ ਹੈ ਜਿਹੜਾ ਤੁਸੀਂ ਡਰਾਫਟ ਦਾ ਜ਼ਿਕਰ ਕਰ ਰਹੇ ਹੋ ਤੇ ਇਸ ਪ੍ਰੋਫੈਸ਼ਨਲ ਕੰਟਰੈਕਟ ਦਾ ਜੀ? ਹਾਂਜੀ, ਉਹ ਇਸ ਤਰ੍ਹਾਂ ਹੁੰਦਾ ਬਾਈ ਜੀ ਵੀ ਜਿਹੜੇ ਜੂਨੀਅਰ ਲੈਵਲ ਤੇ ਖੇਡਦੇ ਨੇ ਉਹ ਆ ਜਾਂਦੇ ਨੇ 15-16 ਸਾਲ ਦੀ ਉਮਰ ਦੇ ਵਿੱਚ ਜੂਨੀਅਰ ਹਾਕੀ ਦੇ ਵਿੱਚ, ਤੇ 20-21 ਸਾਲ ਤੱਕ ਖੇਡ ਸਕਦੇ ਨੇ। ਪਰ ਜਦੋਂ ਕਿ ਇਹਨਾਂ ਦੀ 20 ਸਾਲ ਦੀ ਉਮਰ ਹੋ ਜਾਂਦੀ ਹੈ, ਇਹ ਡਰਾਫਟ ਕੈਟੇਗਰੀ 'ਚ ਜਿਵੇਂ ਡਰਾਫਟ ਐਲੀਜੀਬਲ ਨਹੀਂ ਹੁੰਦੇ। ਸੋ ਇਹਦੀ ਐਲੀਜੀਬਿਲਟੀ ਖਤਮ ਹੋ ਗਈ ਸੀ ਤੇ ਇਹਦਾ ਰੂਟ ਇਹੀ ਸੀਗਾ ਵੀ ਜੇ ਕਿਸੇ ਨੇ, ਜੇ ਇਹਨੇ ਖੇਡਣਾ ਆ ਵੀ ਡਰਾਫਟ ਤਾਂ ਨਹੀਂ ਕਰ ਸਕਦੇ ਇਹਨੂੰ, ਵੀ ਇਹ ਐਂਟਰੀ ਲੈਵਲ ਕੰਟਰੈਕਟ ਜਿਹੜਾ ਕਿ ਸਾਈਨ ਕੀਤਾ, ਇਹਦੇ ਨਾਲ ਸਾਈਨ ਕੀਤਾ। ਸੋ ਬਹੁਤ ਵੱਡੀ ਗੱਲ ਆ, ਕਿਉਂਕਿ ਇਹ ਜਿਹੜੀ ਲੀਗ ਹੈਗੀ ਆ NHL, ਇੱਥੇ ਖੇਡਣਾ ਬੜਾ ਮੁਸ਼ਕਿਲ ਆ ਤੇ ਬਹੁਤ ਕੁਝ ਕਰਨਾ ਪੈਂਦਾ ਇੱਥੇ ਤੱਕ ਪਹੁੰਚਣ ਲਈ। ਪਹਿਲਾਂ ਵੀ ਕੋਈ ਆਪਣਾ ਪੰਜਾਬੀ ਮੁੰਡਾ ਗਿਆ ਜੀ ਇੱਥੇ? ਦੱਸਦੇ ਆ ਕੁਝ ਮੁੰਡੇ ਪਹਿਲਾਂ ਗਏ ਆ ਜੀ। ਹਾਂਜੀ, ਸੋ ਜੇ ਆਪਾਂ ਪੂਰੇ NHL ਦੇ ਵਿੱਚ ਦੇਖੀਏ, ਸਿਰਫ 3 ਪੰਜਾਬੀ ਨੇ ਜਿਹੜੇ ਖੇਡੇ ਨੇ NHL ਦੇ ਵਿੱਚ। 91-92 ਦੇ ਵਿੱਚ ਆਇਆ ਸੀ ਰੋਬਿਨ ਬਾਵਾ। ਕੁਝ ਗੇਮਾਂ ਇਹ ਕਨੈਕਟਸ ਲਈ ਵੀ ਇਹਨੇ ਖੇਡੀਆਂ ਸੀਗੀਆਂ ਉਸ ਸਮੇਂ, ਮੇਰੇ ਖਿਆਲ ਨਾਲ ਜੇ ਗਲਤ ਨਾ ਹੋਵਾਂ 92 ਦੇ ਵਿੱਚ। ਉਸ ਤੋਂ ਬਾਅਦ ਸੀਗਾ ਮੈਨੀ ਮਲਹੋਤਰਾ। ਮਲਹੋਤਰਾ ਜਿੰਨੇ ਵੀ ਪੰਜਾਬੀ ਨੇ, ਇਹਨੇ ਵੱਧ ਟਾਈਮ ਲਾਇਆ NHL ਦੇ ਵਿੱਚ ਤੇ ਇਹਨੇ ਕਨੈਕਟਸ ਨਾਲ ਵੀ 1-2 ਸੀਜ਼ਨ ਖੇਡੇ ਸੀਗੇ। ਫਾਈਨਲਸ ਤੱਕ ਵੀ ਗਿਆ ਸੀ ਮੈਨੀ ਮਲਹੋਤਰਾ 2011 ਦੇ ਵਿੱਚ ਕਨੈਕਟਸ ਨਾਲ। ਤੇ ਉਸ ਤੋਂ ਬਾਅਦ ਹੁਣ ਇਸ ਸਮੇਂ ਸਿਰਫ ਇੱਕ ਖਿਲਾੜੀ ਹੈਗਾ ਜਿਹੜਾ ਪੰਜਾਬੀ ਇਸ ਵਕਤ NHL ਦੇ ਵਿੱਚ ਖੇਡ ਰਿਹਾ, ਉਹ ਹੈਗਾ ਜੁਝਾਰ ਖਹਿਰਾ। ਪਹਿਲਾਂ ਇਹ ਐਡਮਿੰਟਨ ਨਹੀਂ ਖੇਡਿਆ ਸੀ, ਡਰਾਫਟ ਕੀਤਾ ਗਿਆ ਸੀ ਐਡਮਿੰਟਨ ਵੱਲੋਂ, ਕੁਝ ਸਾਲ ਉੱਥੇ ਲਾ ਕੇ ਅੱਜ ਖੇਡ ਰਿਹਾ ਸ਼ਿਕਾਗੋ ਦੇ ਵਿੱਚ, ਜਿੱਥੇ ਕਿ ਇਹਨੇ 2 ਸਾਲ ਦਾ ਕੰਟਰੈਕਟ ਸਾਈਨ ਕੀਤਾ। ਸੋ ਖਹਿਰਾ ਹੈਗਾ ਉਹ ਵੀ ਸਰੀ ਦਾ ਹੈਗਾ ਜੰਪ ਵਾਲ, ਬਾਵਾ ਹੈਗਾ ਡੰਕਨ BC ਦਾ, ਤੇ ਮਲਹੋਤਰਾ ਅੰਟੇਰੀਓ ਇਲਾਕੇ ਦਾ ਹੈਗਾ। ਤੇ ਇਹ ਅਰਸ਼ਦੀਪ ਬੈਂਸ ਕਿਸੇ ਹੋਰ ਲਈ ਵੀ ਪਹਿਲਾਂ ਖੇਡਦਾ ਸੀ? ਕਿੱਥੇ ਖੇਡਦਾ ਸੀ, ਇਹਦੇ ਬਾਰੇ ਕੁਝ ਦੱਸੋਗੇ ਸਰ? ਇਹਦੀ ਜਿਹੜੀ WHL ਟੀਮ ਹੈਗੀ ਆ, ਉਹ ਹੈਗੀ ਆ ਰੈਡ ਡੀਅਰ ਰੈਬਲਸ। ਸੋ ਰੈਬਲਸ ਲਈ ਖੇਡਦਾ ਹੈ ਤੇ ਬਾਕੀ ਟੀਮ ਦਾ ਵੀ ਹੈਗਾ ਆਗੂ ਪੁਆਇੰਟਸ ਮੁਤਾਬਕ, ਤੇ ਪੂਰੀ ਲੀਗ ਦਾ ਵੀ ਇਹ ਆਗੂ ਰਿਹਾ। ਸੋ ਇਹ ਜਿਹੜਾ ਸੀਜ਼ਨ ਚੱਲ ਰਿਹਾ ਇਹਨੇ ਪੂਰਾ ਖੇਡਣਾ ਹੈ। ਜਦੋਂ ਸਮਾਪਤ ਹੋ ਗਿਆ ਰੈਗੂਲਰ ਸੀਜ਼ਨ ਜਾਂ ਪਲੇਆਫਸ ਦੇ ਵਿੱਚ, ਫਿਰ ਉਸ ਤੋਂ ਬਾਅਦ ਮੌਕਾ ਹੋਵੇਗਾ। ਸੋ ਅਰਸ਼ਦੀਪ ਦੀ ਗੱਲ ਇਹ ਆ ਵੀ ਇਹਨੇ ਸਿੱਧਾ ਕਨੈਕਟਸ ਦੀ ਟੀਮ ਦੇ ਵਿੱਚ ਨਹੀਂ ਜਾਣਾ, ਜਿਹੜੀ ਵੈਨਕੂਵਰ ਕਨੈਕਟਸ ਦੀ ਟੀਮ ਆ। ਸੋ ਆਸ ਉਮੀਦ ਇਹ ਹੈਗੀ ਹੈ ਵੀ ਜਦੋਂ ਇਹਦਾ ਸਮਾਪਤੀ ਹੋਈ WHL ਸੀਜ਼ਨ ਦੀ, ਇਹ ਜਾ ਕੇ ਜਿਹੜੀ ਵੈਨਕੂਵਰ ਕਨੈਕਟਸ ਦੀ ਫਾਰਮ ਟੀਮ ਹੈਗੀ ਹੈ ਐਬਸਫੋਰਡ ਕਨੈਕਟਸ ਦੇ ਵਿੱਚ, ਇਹ ਉੱਥੇ ਜਾ ਕੇ ਥੋੜ੍ਹਾ ਸਮਾਂ ਲਾਵੇਗਾ ਤੇ ਉੱਥੇ ਜੇ ਇਹਦਾ ਅੱਛਾ ਪ੍ਰਦਰਸ਼ਨ ਰਿਹਾ, ਫਿਰ ਵੱਡੀ ਜਿਹੜੀ ਵੈਨਕੂਵਰ ਕਨੈਕਟਸ ਦੀ ਹਾਕੀ ਕਲੱਬ ਆ ਉੱਥੇ ਤੱਕ ਆ ਜਾਵੇਗਾ। ਥੋੜ੍ਹਾ ਜਿਹਾ ਕਨੈਕਟਸ ਬਾਰੇ ਦੱਸੋਗੇ ਸਾਨੂੰ? ਇਹ ਕਿਸ ਤਰ੍ਹਾਂ ਦਾ ਟੀਮ ਔਰ ਕਿੱਦਾਂ ਇਹਦਾ, ਜਿਹੜਾ ਲੋਕਾਂ ਨੂੰ ਨਹੀਂ ਪਤਾ ਆਈਸ ਹਾਕੀ ਦੀ ਟੀਮ, ਇਹਦੇ ਬਾਰੇ ਜੀ ਹੁਣ ਕਨੈਕਟਸ ਦੀ ਗੱਲ ਇਹ ਹੈ, ਜਿਵੇਂ ਵੈਨਕੂਵਰ ਕਨੈਕਟਸ ਦੀ ਸ਼ੁਰੂਆਤ ਹੋਈ 1970 ਦੇ ਵਿੱਚ, ਤੇ ਅਜੇ ਤੱਕ ਇਹ ਭਾਲਦੇ ਨੇ ਪਹਿਲੀ ਸਟੈਨਲੀ ਕੱਪ ਜਿੱਤ। 3 ਵਾਰੀ ਫਾਈਨਲ 'ਚ ਜਾ ਚੁੱਕੇ ਨੇ, 92, 94 ਅਤੇ 2011 ਦੇ ਵਿੱਚ। ਸੋ ਹਲੇ ਲੜ ਰਹੇ ਨੇ ਪਹਿਲੇ ਕੱਪ ਵਾਸਤੇ। ਤੇ ਜਿਹੜੇ ਪਿਛਲੇ ਕੁਝ ਮੇਰੇ ਖਿਆਲ 6-7 ਸਾਲ ਨੇ ਇੰਨਾ ਵਧੀਆ ਨਹੀਂ ਖੇਡੇ, ਸਿਰਫ 1 ਵਾਰੀ ਪਲੇਆਫਸ ਗਏ ਨੇ ਉਸ 7 ਸਾਲਾਂ ਦੇ ਵਿੱਚ। ਪਰ ਜਿਹੜਾ ਸੀਜ਼ਨ ਦੌਰਾਨ ਬਦਲਾਵ ਐਤਕੀ ਆਇਆ, ਇਹਨਾਂ ਨੇ ਜਨਰਲ ਜਿਹੜਾ ਮੈਨੇਜਰ ਸੀਗਾ ਜਿਮ ਬੈਨਿੰਗ, ਉਹਨੂੰ ਫਾਇਰ ਕਰ ਦਿੱਤਾ। ਜਿਹੜਾ ਕੋਚ ਸੀਗਾ ਟ੍ਰੈਵਿਸ ਗ੍ਰੀਨ, ਉਹਨੂੰ ਫਾਇਰ ਕਰ ਦਿੱਤਾ। ਸੋ ਨਵਾਂ ਬਦਲਾਵ ਆਇਆ ਤੇ ਜਿਹੜਾ ਪ੍ਰਧਾਨ ਇਹਨਾਂ ਨੇ ਨਵਾਂ ਲਿਆਂਦਾ ਚੁਣਿਆ, ਉਹ ਹੈਗਾ ਭਰੋਸੇਯੋਗ ਜਿਮ ਰਦਰਫੋਰਡ। ਉਹਦਾ ਜਿਵੇਂ ਤਜਰਬਾ ਵੀ ਹੈਗਾ ਸਟੈਨਲੀ ਕੱਪ ਟੀਮਾਂ ਨਾਲ ਜਿੱਤਣ ਦੇ ਵਿੱਚ। ਕੈਰੋਲਾਈਨਾ ਹਰਿਕੇਨਸ ਨਾਲ ਜਿੱਤਿਆ ਸੀ, ਪਿਟਸਬਰਗ ਪੈਂਗੁਇਨਸ 2017-2016 ਦੇ ਵਿੱਚ 2 ਬੈਕ ਟੂ ਬੈਕ ਕੱਪ ਇਹਨੇ ਜਿੱਤੇ। ਸੋ
ਉਹਦੇ ਤੇ ਸਾਰਾ ਕੁਝ ਛੱਡਤਾ ਕਨੈਕਟਸ ਵਾਲਿਆਂ ਨੇ, ਜਿਹੜੇ ਮਾਲਕ ਨੇ। ਸੋ ਉਸ ਤੋਂ ਬਾਅਦ ਫਿਰ ਰਦਰਫੋਰਡ ਨੇ ਆਪਣੇ ਬੰਦੇ ਲੈ ਆਂਦੇ, ਜਿਹੜਾ ਜਨਰਲ ਮੈਨੇਜਰ ਇਹਨੇ ਹਾਇਰ ਕੀਤਾ ਪੈਟਰਿਕ ਐਲਵੀਨ, ਉਹ ਵੀ ਇਹਦੇ ਨਾਲ ਸੀਗਾ ਪਿਟਸਬਰਗ ਦੇ ਵਿੱਚ। ਤੇ ਕਨੈਕਟਸ ਵਾਲੇ ਨੇ ਜਿਵੇਂ ਇਤਿਹਾਸ ਵੀ ਬਣਾ ਦਿੱਤਾ, ਕਿਉਂਕਿ 2 ਔਰਤਾਂ ਹਾਇਰ ਕਰ ਦਿੱਤੀਆਂ ਨੇ ਅਸਿਸਟੈਂਟ ਜਨਰਲ ਮੈਨੇਜਰ ਦੇ ਵਿੱਚ। ਇੱਕ ਹੈਗੀ ਕੈਮੀ ਗਰਨੈਰੋ। ਗਰਨੈਰੋ ਸੀਗੀ ਇੱਕ ਖਿਡਾਰਨ, 올림픽 ਲੈਵਲ ਤੇ ਅਮਰੀਕਾ ਲਈ ਖੇਡਦੀ ਹੁੰਦੀ ਸੀ। ਤੇ ਇੱਕ ਦੂਜੀ ਹੈਗੀ ਆ ਕ੍ਰਿਸਟੀਨ, ਉਹਦਾ ਨਾਂ ਹੀ ਸੱਚ ਆਉਂਦਾ ਨਹੀਂ, ਪਰ ਕੈਸਟਨ ਗੇ ਉਹਦਾ ਨਾਂ ਆ ਜੀ, ਐਮਿਲੀ ਕੈਸਟਨ ਗੇ, ਉਹ ਵੀ ਹਾਇਰ ਕੀਤੀ ਗਈ ਹੈ। ਸੋ 2 ਔਰਤਾਂ ਵੱਡੇ ਹਾਈ ਲੈਵਲ ਹਾਇਰ ਪੋਜੀਸ਼ਨ ਤੇ ਹਾਇਰ ਕੀਤੇ ਗਏ ਸਨ ਵੈਨਕੂਵਰ ਲਈ, ਤੇ ਪਹਿਲੀ ਵਾਰ ਹੋਇਆ NHL ਦੇ ਇਤਿਹਾਸ ਵਿੱਚ। ਹਰਪ੍ਰੀਤ ਪੰਧੇਰ ਜੀ, ਕਿੰਨੇ ਕੁ ਲੋਕ ਯਤਨ ਕਰਦੇ ਆ ਵੈਨਕੂਵਰ ਕਨੈਕਟਸ ਵਿੱਚ ਜਾਣ ਦੇ, ਜਾਂ ਸੁਣਦੇ ਆ ਅਸੀਂ ਕਿ ਹਰ ਇੱਕ ਆਈਸ ਹਾਕੀ ਦੇ ਪਲੇਅਰ ਦਾ ਸੁਪਨਾ ਹੁੰਦਾ, ਤੇ ਆਪਣੇ ਕਿੰਨੇ ਕੁ ਪਲੇਅਰ ਹੁੰਦੇ ਆ ਇਸ ਗੇਮ ਦੇ ਵਿੱਚ, ਤੇ ਕੀ ਇਹ ਆਈਸ ਹਾਕੀ ਮਹਿੰਗੀ ਗੇਮ ਹੁੰਦੀ ਆ, ਜਾਂ ਆਪਣੇ ਕਿੰਨੇ ਕੁ ਜਿਹੜੇ ਪੰਜਾਬੀ ਮੈਂ ਪਰਟੀਕੂਲਰਲੀ ਕਹੂੰਗਾ, ਉਹ ਕਿੰਨੇ ਕੁ ਇਸ ਗੇਮ ਦੇ ਵਿੱਚ ਹੁੰਦੇ ਆ ਜੀ? ਆਪਣੇ ਪੰਜਾਬੀ ਕਾਫੀ ਹੈਗੇ ਨੇ ਜਿਹੜੇ ਮਾਈਨਰਸ ਲੀਗ ਹੈਗੇ ਨੇ। ਇਹ ਹੈਗੀ ਆ ਕਾਫੀ ਮਹਿੰਗੀ ਗੇਮ, ਪਰ ਹੁਣ ਬਹੁਤ ਸਾਰੇ ਪ੍ਰੋਗਰਾਮ ਰੱਖੇ ਹੋਏ ਨੇ, ਜਿਵੇਂ ਇੱਕ ਅਪ ਫਰੰਟ ਪ੍ਰੋਗਰਾਮ ਹੈਗਾ, ਜਿਹੜੀਆਂ ਫੈਮਲੀਜ਼ ਅਫੋਰਡ ਨਹੀਂ ਕਰ ਸਕਦੀਆਂ ਉਹ ਮਦਦ ਕਰਦੇ ਆ, ਸਹਾਇਤਾ ਦਿੰਦੇ ਨੇ ਮਨੀ ਵਾਈਜ਼, ਇਕਵਿਪਮੈਂਟ ਜੇ ਬੱਚਿਆਂ ਲਈ ਚਾਹੀਦਾ। ਸੋ ਇਹ ਵੱਖਰੀ ਗੇਮ ਹੈਗੀ ਆ, ਇਕਵਿਪਮੈਂਟ ਬਹੁਤ ਸਾਰਾ ਮਹਿੰਗਾ ਹੁੰਦਾ। ਸੋ ਇਸ ਪਾਸੇ ਹੌਲੀ ਹੌਲੀ ਪੰਜਾਬੀ ਆ ਰਹੇ ਨੇ, ਪਰ ਜਿਵੇਂ ਇੰਨੀ ਗਿਣਤੀ ਨਹੀਂ ਹੈਗੀ ਜਿਸ ਤਰ੍ਹਾਂ ਸੌਕਰ ਦੇ ਵਿੱਚ ਹੈਗੇ ਨੇ ਪੰਜਾਬੀ। ਪਰ ਜੇ ਕੋਈ ਗੇਮ ਹੈਗੀ ਆ, ਜਦੋਂ ਕਨੈਕਟਸ ਦਾ ਪਲੇਆਫ ਸਮਾਂ ਆ ਜਾਂਦਾ ਤਾਂ ਸਾਰੇ ਹੀ ਪਿੱਛੇ ਹੋ ਜਾਂਦੇ ਨੇ ਇਸ ਟੀਮ ਤੇ। ਹੁਣ ਤਾਂ ਚਲੋ ਨਹੀਂ ਹੈਗੇ, ਨਾ ਕੋਈ ਵਾਲੀ ਉਮੀਦ ਹੈਗੀ ਇਹਨਾਂ ਨੇ ਪਲੇਆਫਸ ਜਾਣਾ ਐਤਕੀ, ਪਰ ਜਦੋਂ ਪਲੇਆਫਸ ਆ ਜਾਂਦੇ ਨੇ ਹਰ ਪੰਜਾਬੀ ਦੇ ਵਰਦੀ ਪਾਈ ਹੋਈ ਆ, ਸਕਾਟ ਰੋਡ ਦੇ ਵਿੱਚ ਪਹੁੰਚਦੇ ਨੇ, ਉੱਥੇ ਭੰਗੜੇ ਜਸ਼ਨ ਮਨਾਉਂਦੇ ਨੇ ਜਦੋਂ ਇਹ ਟੀਮ ਕਾਮਯਾਬੀ ਪ੍ਰਾਪਤ ਕਰਦੀ ਹੈ ਪਲੇਆਫਸ ਦੇ ਵਿੱਚ। ਇਹ ਵੀ ਦੱਸਦੇ ਆ ਕਿ ਇੱਥੇ ਦੇ ਲੋਕ ਤਾਂ ਇਸ ਟੀਮ ਨੂੰ ਇੱਕ ਆਪਣੇ ਮਤਲਬ ਬਹੁਤ ਨੇੜਿਓਂ ਇਹਦੇ ਨਾਲ ਜੁੜੇ ਹੁੰਦੇ ਆ, ਤੇ ਇਹਨੂੰ ਇੱਦਾਂ ਲੈਂਦੇ ਆ ਲੋਕ, ਮਤਲਬ ਘਰਾਂ ਦੇ ਵਿੱਚ ਵੀ ਕਈ ਵਾਰੀ ਜੇ ਕਿਸੇ ਦਾ ਬਰਥਡੇ ਆ ਤਾਂ ਉਹ ਕਨੈਕਟਸ ਦੇ ਥੀਮ ਦੇ ਨਾਲ ਕੇਕ ਸਾਰਾ ਕੁਝ ਇੰਨੇ ਅਟੈਚ ਹੁੰਦੇ ਆ ਇਹਦੇ ਨਾਲ। ਇਹਦਾ ਕੀ ਕਾਰਨ ਹੁੰਦਾ ਜੀ, ਲੋਕ ਇੰਨੇ ਮਤਲਬ ਨੇੜਿਓਂ ਇਸ ਟੀਮ ਦੇ ਨਾਲ ਕਿਉਂ ਜੁੜੇ ਹੁੰਦੇ ਆ ਜੀ? ਦੇਖੋ ਜੀ, ਹਰ ਬੰਦੇ ਦੀ ਦਿਲਚਸਪੀ ਹੁੰਦੀ ਆ ਤੇ ਸ਼ੌਕ ਵੱਖ-ਵੱਖ ਹੁੰਦੇ ਨੇ। ਸੋ ਜਦੋਂ ਵੀ ਕੋਈ ਜੁੜਦਾ ਹੈ ਹਾਕੀ ਟੀਮ ਦੇ ਨਾਲ, ਕਈ ਇਹੋ ਜਿਹੇ ਦਰਸ਼ਕ ਹੈਗੇ ਨੇ, ਇਹੋ ਜਿਹੇ ਪ੍ਰੇਮੀ ਜਿਹੜੇ ਕੋਈ ਵੀ ਮੈਚ ਮਿਸ ਨਹੀਂ ਕਰਦੇ, ਭਾਵੇਂ ਉੱਥੇ ਜਾ ਕੇ ਪਹੁੰਚਣ, ਖੁਦ ਉੱਥੇ ਰਾਜੋ ਜੀ ਨਾਲ ਵੇਖਣ ਜਾਂ ਟੀਵੀ ਤੇ, ਉਹਨਾਂ ਨੇ ਕੋਈ ਮੈਚ ਨਹੀਂ ਮਿਸ ਕਰਨਾ। ਹਰ ਖਿਲਾੜੀ ਦੀ ਵਰਦੀ ਹੁੰਦੀ ਆ, ਕੰਮ ਤੇ ਇਹਨਾਂ ਨੇ ਜਾਣਾ, ਸਕੂਲੇ ਜਾਣਾ, ਗੱਲਾਂ ਵੀ ਕਨੈਕਟਸ ਦੀਆਂ ਹੁੰਦੀਆਂ ਨੇ। ਸੋ ਇੰਨਾ ਪਿਆਰ ਰੱਖਦੇ ਨੇ, ਤੇ ਤਾਂ ਹੀ ਇਸ ਤਰ੍ਹਾਂ ਹੀ ਹੈਗਾ, ਜਿਹੜਾ ਵੀ ਸ਼ੌਕ ਹੁੰਦਾ ਉਹਦਾ ਕੋਈ ਮੁੱਲ ਨਹੀਂ ਹੁੰਦਾ। ਤੇ ਇਹੋ ਜਿਹੇ ਪ੍ਰਸ਼ੰਸਕ ਹੈਗੇ ਨੇ ਹਾਕੀ ਨਾਲ ਜੁੜੇ ਹੋਏ। ਹਾਕੀ ਇਸ ਦੇਸ਼ ਦੇ ਵਿੱਚ ਹੈਗੀ ਹੈ ਇਹਨਾਂ ਦੀ ਆਪਣੀ ਮਾਂ ਖੇਡ ਆਪਾਂ ਕਹਿ ਸਕਦੇ ਹਾਂ। ਜਿੱਦਾਂ ਕਿ ਹੁਣ ਕ੍ਰਿਕਟ ਭਾਰਤ ਦੇ ਵਿੱਚ ਜਾਂ ਫੀਲਡ ਹਾਕੀ ਹੁੰਦੀ ਸੀ, ਜਿੱਦਾਂ ਕਬੱਡੀ ਖੇਡਦੇ ਆ ਪੰਜਾਬ ਦੇ ਵਿੱਚ, ਇਹ ਮਾਂ ਖੇਡ ਗਿਣੀ ਜਾਂਦੀ ਹੈ। ਤੇ ਇਸੇ ਤਰ੍ਹਾਂ ਹੈਗਾ ਇੱਥੇ ਆਈਸ ਹਾਕੀ ਦੇ ਨਾਲ, ਲੋਕ ਜ਼ਿਆਦਾ ਪਿਆਰ ਕਰਦੇ ਨੇ ਹਾਕੀ ਨੂੰ। ਕਿੰਨੀ ਕੁ ਮਿਹਨਤ ਹੁੰਦੀ ਹੈ? ਆਖਰੀ ਸਵਾਲ ਹਰਪ੍ਰੀਤ ਪੰਧੇਰ ਜੀ, ਤੁਸੀਂ ਇਹਨਾਂ ਪਲੇਅਰਾਂ ਨੂੰ ਵੀ ਨੇੜਿਓਂ ਜਾਣਦੇ ਆ। ਅਰਸ਼ਦੀਪ ਬੈਂਸ ਮਤਲਬ ਕਦੋਂ ਕਿਨੇ ਖੇਡਣਾ ਸ਼ੁਰੂ ਕੀਤਾ, ਤੇ ਕਿੰਨੇ ਕੁ ਸਾਲ ਇਹ ਖੇਡਣਾ ਪੈਂਦਾ ਇਹਦੇ ਲਈ, ਇੱਥੇ ਤੱਕ ਪਹੁੰਚਣ ਲਈ? ਦੇਖੋ ਜੀ, ਮੈਨੂੰ ਪੂਰੀ ਕਹਾਣੀ ਅਰਸ਼ਦੀਪ ਬਾਰੇ ਤਾਂ ਨਹੀਂ ਪਤਾ, ਪਰ ਮੈਂ ਜਿਵੇਂ ਆਮ ਜਿਹੜਾ ਖਿਲਾੜੀ ਹੈ ਇਸ ਪੱਧਰ ਤੱਕ ਪਹੁੰਚਣ ਲਈ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਆ। ਸੋ ਦਾਤ ਦੇਣੀ ਬਣਦੀ ਹੈ ਇਹਦੇ ਪਰਿਵਾਰ ਨੂੰ ਵੀ, ਜੋ ਕਿ ਉਹਨਾਂ ਨੂੰ ਸਵੇਰੇ ਉੱਠਣਾ ਪੈਂਦਾ ਹੋਵੇਗਾ ਸੀ। ਜਿਵੇਂ 4-5 ਵਜੇ ਇਹਨਾਂ ਦੀ ਪ੍ਰੈਕਟਿਸ ਹੁੰਦੀਆਂ ਨੇ, ਜਦੋਂ ਛੋਟੇ ਹੁੰਦੇ ਨੇ ਬੱਚੇ, ਕਹਿ ਲਓ 8 ਸਾਲ ਤੋਂ ਲੈ ਕੇ 14 ਸਾਲਾਂ ਤੱਕ, ਜਿਹੜੀ ਆਈਸ ਟਾਈਮ ਹੁੰਦੀ ਆ ਪ੍ਰੈਕਟਿਸ ਦੀ, ਉਹ ਸ਼ਾਮ ਨੂੰ ਨਹੀਂ ਹੁੰਦੀ, ਦੁਪਹਿਰੇ ਨੂੰ ਨਹੀਂ, ਐਨ ਸੁਬਾਹ ਹੁੰਦੀ ਆ, ਕਿਉਂਕਿ ਉਸ ਟਾਈਮ ਅਵੇਲੇਬਿਲਿਟੀ ਹੁੰਦੀ ਹੈ। ਸੋ ਜਿਹੜੇ ਮਾਂ-ਬਾਪ ਹੁੰਦੇ ਨੇ ਉਹਨਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਆ। ਇੱਕ ਤਾਂ ਉੱਠਣਾ, ਡਰਾਈਵ ਕਰਨਾ, ਆਪਣਾ ਮਨੀ ਟਾਈਮ ਸਪੈਂਡ ਕਰਨਾ ਬੱਚਿਆਂ 'ਤੇ। ਸੋ ਕਾਫੀ ਕੁਛ ਕਰਨਾ ਪੈਂਦਾ, ਅਤੇ ਅੱਜ ਜਿਵੇਂ ਬੜਾ ਔਖਾ ਇਸ ਪੱਧਰ ਤੱਕ ਪਹੁੰਚਣ ਲਈ ਸਪੈਸ਼ਲ ਕਲਾਸਾਂ ਹੁੰਦੀਆਂ ਨੇ। ਸੋ ਜੇਕਰ ਤੁਸੀਂ ਕੋਈ ਸਪੈਸ਼ਲ ਟੀਮ 'ਤੇ ਨਹੀਂ ਪਾਉਂਦੇ, ਜਾਂ ਇਹਨਾਂ ਦੀ ਜਿਵੇਂ ਕੋਈ ਸਪੈਸ਼ਲ ਇੰਸਟਰਕਟਰ ਜਿਹੜਾ ਹੁੰਦਾ, ਇਹ ਕਾਫੀ ਜਿਵੇਂ ਮਹਿੰਗਾਈ ਹੈਗੀ ਆ। ਮੈਂ ਤਾਂ ਸੁਣਿਆ ਕਿ ਜਿਹੜੇ ਪੇਰੈਂਟਸ ਨੇ, ਜਦੋਂ ਇਹਨਾਂ ਦਾ ਲੜਕਾ ਜਾਂ ਲੜਕੀ 15 ਜਾਂ 16 ਸਾਲਾਂ ਦੇ ਹੋ ਜਾਂਦੇ ਨੇ, ਇਹ 40 ਤੋਂ ਲੈ ਕੇ 50,000 ਐਨੂਅਲੀ ਲਾ ਦਿੰਦੇ ਨੇ ਆਪਣੇ ਬੱਚਿਆਂ 'ਤੇ, ਵੀ ਇਹਨਾਂ ਦੀ ਟ੍ਰੇਨਿੰਗ ਟਾਪ 'ਤੇ ਹੋਵੇ। ਜੀ ਪੰਧੇਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਤੁਸੀਂ ਸਮਾਂ ਕੱਢਿਆ, ਸਾਨੂੰ ਇਸ ਸਾਡੇ ਨੌਜਵਾਨ ਦੀ ਅਚੀਵਮੈਂਟ ਦੇ ਬਾਰੇ ਦੱਸਿਆ। ਬਹੁਤ ਬਹੁਤ ਮਿਹਰਬਾਨੀ ਜੀ। ਮਿਹਰਬਾਨੀ ਜੀ, ਸ਼ੁਕਰੀਆ ਜੀ ਦੋਸਤੋ, ਅਰਸ਼ਦੀਪ ਬੈਂਸ ਦੀ ਇਹ ਪ੍ਰਾਪਤੀ ਬਹੁਤ ਵੱਡੀ ਪ੍ਰਾਪਤੀ ਆ,
ਇਹ ਦੇਖ ਲਓ ਕਿ 1970 ਦੇ ਵਿੱਚ ਵੈਨਕੂਵਰ ਕਨੈਕਟ ਸ਼ੁਰੂ ਹੁੰਦੀ ਆ, 3 ਜਾਂ 4 ਪੰਜਾਬੀ ਪਲੇਅਰ ਇੱਥੇ ਤੱਕ ਪਹੁੰਚਦੇ ਆ। ਅਰਸ਼ਦੀਪ ਬੈਂਸ ਨੇ ਅੱਜ ਇਤਿਹਾਸ ਸਿਰਜਿਆ। ਆਈਸ ਹਾਕੀ ਕੈਨੇਡਾ ਦਾ ਕਲਚਰ ਆ, ਕੈਨੇਡਾ ਦੇ ਖਿਡਾਰੀਆਂ ਦਾ ਇੱਕ ਤਰ੍ਹਾਂ ਦਾ ਇਹ ਧਰਮ ਆ। ਉਸੇ ਤਰ੍ਹਾਂ ਜਿਸੇ ਤਰ੍ਹਾਂ ਇੰਡੀਆ ਦੇ ਵਿੱਚ ਕ੍ਰਿਕਟ ਨੂੰ ਦੇਖਦੇ ਆ, ਪੰਜਾਬ ਦੇ ਵਿੱਚ ਕਬੱਡੀ ਨੂੰ ਦੇਖਿਆ ਜਾਂਦਾ। ਇਸ ਪੱਧਰ ਦੇ ਉੱਤੇ ਰੋਜਰਸ ਅਰੀਨਾ ਦੇ ਵਿੱਚ ਜਦੋਂ ਇਹਨਾਂ ਦੇ ਇਹ ਮੈਚ ਹੁੰਦੇ ਆ ਤਾਂ ਜਿੱਦਾਂ ਹਰਪ੍ਰੀਤ ਪੰਧੇਰ ਹੋਣਾ ਨੇ ਕਿਹਾ ਕਿ ਲੋਕ ਇਹਦੇ ਨਾਲ ਸਭ ਤੋਂ ਜ਼ਿਆਦਾ ਨੇੜਿਓਂ ਜੁੜ ਜਾਂਦੇ, ਜਿਵੇਂ ਉਹਨਾਂ ਦੇ ਜੀਵਨ ਦੀ ਸਭ ਤੋਂ ਪਿਆਰੀ ਚੀਜ਼ ਕਨੈਕਟ ਹੋਵੇ, ਆਈਸ ਹਾਕੀ ਹੋਵੇ। ਅਤੇ ਅਰਸ਼ਦੀਪ ਬੈਂਸ ਅੱਜ ਇਸ ਆਈਸ ਹਾਕੀ ਦੀ ਦੁਨੀਆ ਦਾ ਇੱਕ ਚਮਕਦਾ ਸਿਤਾਰਾ ਬਣਿਆ ਆ। ਇਹ ਸਾਡੇ ਲਈ, ਤੁਹਾਡੇ ਲਈ, ਸਾਰੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਆ। ਅਤੇ ਇਹ ਨੌਜਵਾਨ ਸਾਡੇ ਹੋਰ ਬੱਚਿਆਂ ਦੇ ਲਈ ਵੀ ਇੱਕ ਪ੍ਰੇਰਨਾ ਸਰੋਤ ਆ। ਵੱਧ ਤੋਂ ਵੱਧ ਇਸ ਨੌਜਵਾਨ ਦੀ ਇਸ ਖਬਰ ਨੂੰ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹ ਪਤਾ ਲੱਗੇ ਕਿ ਇੱਥੇ ਸਿਰਫ ਸਾਡੀ ਕਮਿਊਨਿਟੀ ਦੇ ਵਿੱਚ ਕੋਈ ਕਈ ਵਾਰੀ ਨੈਗੇਟਿਵ ਜਿਹੜੀਆਂ ਖਬਰਾਂ ਆਉਂਦੀਆਂ ਉਹ ਨਹੀਂ। ਅਰਸ਼ਦੀਪ ਬੈਂਸ ਵਰਗੇ ਨੌਜਵਾਨ ਵੀ ਹੈਗੇ ਆ, ਇਹ ਵੀ ਰੋਲ ਮਾਡਲ ਬਣ ਸਕਦੇ। ਇਹਨਾਂ ਨੂੰ ਫੋਲੋ ਕਰਕੇ ਇੱਥੇ ਤੱਕ ਵੀ ਪਹੁੰਚਿਆ ਜਾ ਸਕਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।